ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਪੋਸਟਰ ਲਵਾਏ, ਉਹਨਾਂ ਤੇ ਉੱਤੇ ਡੈਫੀਮੇਸ਼ਨ ਦਾ ਕੇਸ ਕਰ ਦਿੱਤਾ ਜਾਂਦਾ ਮਜੀਠੀਆ ਸਾਹਿਬ ਤੋਂ ਵੱਲੋਂ। ਤੇ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਸ਼ਰੇਆਮ ਉਹਨਾਂ ਦਾ ਨਾਂ ਲੈਂਦੇ ਆ, ਉਹਨਾਂ ਤੇ ਜਿਹੜਾ ਕੇਸ ਨਹੀਂ ਹੋ ਰਿਹਾ। ਇੱਕ ਸਲੋਗਨ ਸਾਰੀ ਪਾਰਟੀ ਨੂੰ ਥੱਲੇ ਲਾ ਕੇ ਤਾਂ ਤੱਕ ਸਿਖਾਇਆ ਕਿ ਇਹ ਜੀ ਅਕਾਲੀ ਦਲ ਤੇ ਕਾਂਗਰਸ ਰਲੇ ਹੋਏ ਆ। ਭੜੂਏ ਕਾਹਦੇ ਰਲੇ ਹੋਏ ਆ? ਰੈਲੀਆਂ ਕਰ ਨਾਮ ਐਲਾਨੇ ਗਏ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ, ਤੇ ਉਸ ਤੋਂ ਬਾਅਦ ਵੀ ਪਰ ਜਿਹੜੀ ਤੁਹਾਡੀ ਲਿਸਟ ਆਈ ਸੀ ਉਸ ਦੇ ਵਿੱਚ ਉਹਨਾਂ ਤੋਂ ਆਧਾਰ ਪ੍ਰਚਾਰ ਜਾਂ ਉਸ ਬਾਜੇ ਖਾਜੇ ਨਾਲ ਤੁਹਾਡੇ ਜਿਹੜੀ ਲਿਸਟ ਆ ਉਹ ਜਾਰੀ ਨਹੀਂ ਹੋਈ। ਅੰਤਰ ਕਿਉਂ ਸੀ? ਮੈਂ ਇਹ ਕਹੂੰਗਾ ਕਿ ਪੰਜਾਬ ਨੇ ਇੱਕ ਸਪੀਡ ਫੜ ਲਈ ਹੈ ਔਰ ਇਹਨਾਂ ਗੱਲਾਂ ਕਰਕੇ ਵਿਰੋਧੀ ਪਾਰਟੀਆਂ ਘਬਰਾਈਆਂ ਵੀ ਹੋਈਆਂ। ਇਸ ਕਰਕੇ 100 ਤਰ੍ਹਾਂ ਦੇ ਇਲਜ਼ਾਮਾਤ ਲਾਉਣਗੇ। ਬੇਅਦਬੀ ਦੇ ਮੁੱਦੇ ਨੇ ਤੁਹਾਡੀ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਜਿਹੜੀ ਪਾਰਟੀ 10 ਸਾਲ ਸੱਤਾ ਦੇ ਵਿੱਚ ਰਹੀ, ਉਸ ਦੇ ਸੱਤਾ ਪਰਿਵਰਤਨ ਦੇ ਵਿੱਚ ਬੇਅਦਬੀ ਦਾ ਮੁੱਦਾ ਉਹ ਭਾਵੇਂ ਤੁਹਾਡੇ ਵਿਰੋਧੀਆਂ ਵੱਲੋਂ ਇਲਜ਼ਾਮ ਹੋਣ। ਮੁੱਖ ਮੰਤਰੀ ਸਾਹਿਬ ਦੇ ਘਰ ਤੋਂ 12-13 ਕਿਲੋਮੀਟਰ ਹੀ ਹੋ ਸਕਦਾ, ਪਟਿਆਲੇ ਜ਼ਿਲ੍ਹੇ 'ਚ, ਤਾਂ ਉਹਦੇ ਵਿੱਚ ਸਾਡਾ ਜਿਹੜਾ ਹੱਥ ਲਿਖਤ ਬੜੀ ਇੱਕ ਸੂਖਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹਨੂੰ 2.5-3 ਸਾਲ ਹੋ ਗਏ ਗੁੰਮੀ ਨੂੰ। ਤੇ ਫਿਰ ਇਹਦਾ ਮਤਲਬ ਉਹ ਮੁੱਖ ਮੰਤਰੀ ਨੇ ਗੁੰਮ ਕਰਾਈ ਆ। ਕੇਜਰੀਵਾਲ ਸਾਹਿਬ ਨੇ ਸਾਰੇ ਪੰਜਾਬ ਦੇ ਬੋਰਡ ਲਾ ਕੇ ਕੰਧਾਂ ਭਰਤੀਆਂ ਸੀਗੀਆਂ, ਚੌਂਕਾਂ 'ਚ ਲਾਤੇ ਸੀ। ਤੇ ਜਦੋਂ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਪਾਇਆ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ, ਤੇ ਉਹਨੂੰ ਮਾਫੀ ਮੰਗ ਕੇ ਭੱਜਣਾ ਪਿਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਸੁਖਵਿੰਦਰ ਸ਼ੇਰਗਿੱਲ। ਪੰਜਾਬ ਦੀ ਰਾਜਨੀਤੀ ਤੇ ਗੱਲਬਾਤ ਕਰਦੇ ਹਾਂ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ, ਕਿਉਂਕਿ ਸੂਬੇ ਦੇ ਵਿੱਚ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਬਿਲਕੁਲ ਸਿਰ ਤੇ ਨੇ। ਇਸ ਤੇ ਚੱਲਦੇ ਹਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ। ਤੇ ਇਸੇ ਕੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਰਾਜਪੁਰਾ ਤੋਂ ਸੰਭਾਵਿਤ ਉਮੀਦਵਾਰ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਕੋਲ ਪਹੁੰਚੇ ਹਾਂ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਬਰਾੜ ਸਾਹਿਬ, ਜਿਸ ਤਰ੍ਹਾਂ ਜੇ ਅਸੀਂ ਬਠਿੰਡੇ ਤੋਂ ਚੰਡੀਗੜ੍ਹ ਨੂੰ ਚੱਲੀਏ ਜਾਂ ਚੰਡੀਗੜ੍ਹ ਤੋਂ ਬਠਿੰਡੇ ਨੂੰ ਚੱਲੀਏ, ਰਸਤੇ ਦੇ ਵਿੱਚ ਧਰਨੇ ਹੀ ਧਰਨੇ ਦਿਖਦੇ ਆ। ਟੀਚਰ ਵੀ ਪ੍ਰੋਟੈਸਟ ਕਰ ਰਹੇ ਆ, ਖੇਤ ਮਜ਼ਦੂਰ ਵੀ ਪ੍ਰੋਟੈਸਟ ਕਰ ਰਹੇ ਆ, ਤੇ ਪੰਚ ਤੇ ਪੰਚਾਇਤਾਂ ਵੀ ਪ੍ਰੋਟੈਸਟ ਕਰ ਰਹੀਆਂ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਸਰਕਾਰ ਜਿਹੜੀ ਹੈ ਉਹ ਬਿਲਕੁਲ ਲੋਕਾਂ ਦੀਆਂ ਮੰਗਾਂ ਵੱਲ ਜਾਂ ਲੋਕਾਂ ਦੀਆਂ ਗੱਲਾਂ ਵੱਲ ਜਿਹੜੀ ਹੈ ਉਹ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਉਹ ਵੀ ਸੜਕਾਂ 'ਤੇ ਨੇ, ਜਿੰਨੇ ਵੀ ਮਜ਼ਦੂਰ ਜਥੇਬੰਦੀਆਂ ਉਹ ਵੀ ਸੜਕਾਂ 'ਤੇ ਨੇ, ਜਿੰਨੇ ਵੀ ਕਿਸਾਨ ਜਥੇਬੰਦੀਆਂ ਉਹ ਪਹਿਲਾਂ ਹੀ ਸੜਕਾਂ 'ਤੇ ਨੇ। ਇਕੱਲੇ ਪੰਜਾਬ ਦੇ ਨਹੀਂ, ਸਾਰੇ ਦੇਸ਼ ਦੇ ਸੜਕਾਂ 'ਤੇ ਨੇ। ਇਸ ਕਰਕੇ ਜਦੋਂ ਸਰਕਾਰ ਦਾ ਧਿਆਨ ਕੋਈ ਨਹੀਂ, ਛੋਟੇ ਤੋਂ ਛੋਟੇ ਆਂਗਨਵਾੜੀ ਵਰਕਰਾਂ ਤੋਂ ਲਾ ਕੇ, ਆਸ਼ਾ ਵਰਕਰਾਂ ਤੋਂ ਲਾ ਕੇ, ਟੀਚਰਾਂ ਤੋਂ ਲਾ ਕੇ, ਕੋਈ ਖਿੱਤਾ ਐਸਾ ਨਹੀਂ ਬਚਿਆ ਜਿਹੜਾ ਸੜਕਾਂ 'ਤੇ ਨਾ ਹੋਵੇ। ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਬੜੇ ਲੋਕਾਂ ਨੇ ਚਾਅ ਨਾਲ ਚੁਣਿਆ ਸੀ ਔਰ ਬੜੇ ਵੱਡੇ ਵਾਅਦੇ ਜਿਹੜੇ ਹੈ ਲੋਕਾਂ ਨਾਲ ਕਰਕੇ ਕਾਂਗਰਸ ਪਾਰਟੀ ਆਈ ਸੀ, ਪਰ ਅੱਜ ਜਿਹੜੀ ਸਥਿਤੀ ਹੈ ਉਦੋਂ 180 ਡਿਗਰੀ ਤੇ ਸਮਝ ਲਓ ਬਿਲਕੁਲ ਉਲਟ ਚੱਲ ਰਹੀ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਤਰਾਹ ਕਰੀ ਜਾਂਦੇ ਆ। ਅੱਛਾ ਬਰਾੜ ਸਾਹਿਬ, ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਤਰਾਹ ਕਰ ਰਹੇ ਨੇ, ਪਰ ਹੁਣ ਜਿਹੜੇ ਖੁਦ ਕਾਂਗਰਸ ਪਾਰਟੀ ਦੇ ਕੁਝ ਮੰਤਰੀ ਨੇ ਜਾਂ ਜਿਹੜੇ ਨੁਮਾਇੰਦੇ ਨੇ ਉਹ ਮੁੱਖ ਮੰਤਰੀ ਨੂੰ ਬਦਲਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖੋ, ਮੈਂ ਇੱਕ ਗੱਲ ਕਹਾਂ ਕਿ ਮੁੱਖ ਮੰਤਰੀ ਤਾਂ ਪੰਜਾਬ ਦੇ ਵਿੱਚ ਕੋਈ ਲੱਗਦਾ ਹੀ ਨਹੀਂ ਹੈ। ਇਹ ਗੱਲ ਸਿਰਫ ਅਸੀਂ ਨਹੀਂ ਕਹਿੰਦੇ, ਹੁਣ ਤਾਂ ਇਹਨਾਂ ਦੀ ਪਾਰਟੀ ਦੇ MLA ਨੇ ਵੀ, ਕੱਲ੍ਹ ਜਿਵੇਂ 32 MLA ਨੇ ਜਾਂ ਜਿੰਨਿਆਂ ਨੇ MLA ਨੇ ਗਿਣਤੀ, ਕੋਈ ਕਿੰਨੀ ਕਹਿੰਦਾ ਕੋਈ ਕਿੰਨੀ ਕਹਿੰਦਾ ਹੈ, ਉਹਨਾਂ ਨੇ ਜਿਸ ਕਿਸਮ ਦੀ ਬੇਭਰੋਸਗੀ ਮੁੱਖ ਮੰਤਰੀ ਦੇ ਵਿੱਚ ਪ੍ਰਗਟਾਈ ਹੈ ਤੇ ਸਰਕਾਰ ਤੇ ਘੱਟ ਗਿਣਤੀ 'ਚ ਰਹਿ ਗਈ ਹੈ। ਇਸ ਕਰਕੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਕਿ ਲੋਕ ਮੁੱਦਿਆਂ ਤੋਂ ਧਿਆਨ ਹਟਿਆ ਹੋਇਆ, ਕੁਰਸੀ ਪਿੱਛੇ ਲੜਾਈ ਹੈ ਔਰ ਸਰਕਾਰ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਪੰਜਾਬ ਦੇ ਲੋਕਾਂ ਨੂੰ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਹੋਰ ਹੈ, ਜਿਸ ਤਰ੍ਹਾਂ ਰਾਜਪੁਰੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਦੇ ਵਿੱਚ ਕੰਬੋਜ ਸਾਹਿਬ ਨੇ ਇੱਕ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ। ਕਰੀਬ 59,000 ਦੇ ਕਰੀਬ ਵੋਟਾਂ ਸੀਗੀਆਂ, ਤੇ ਤੁਹਾਡੀ ਸਹਿਯੋਗੀ ਪਾਰਟੀ ਗਰੇਵਾਲ ਸਾਹਿਬ ਹੋਰੀ ਇੱਥੋਂ ਚੋਣ ਲੜੇ ਸਨ ਤਾਂ 19,000 ਦੇ ਵਿੱਚ ਜਿਹੜਾ ਵੋਟਾਂ ਸੀਗੀਆਂ ਉਹਨਾਂ ਨੂੰ। ਤੁਸੀਂ ਇਸ ਫਾਸਲੇ ਨੂੰ ਕਿਸ ਤਰ੍ਹਾਂ ਪੂਰਾ ਕਰੋਗੇ, ਕਿਉਂਕਿ 19 ਤੇ 59 ਦੇ ਵਿੱਚ ਕਾਫੀ ਵੱਡਾ ਜਿਹੜਾ ਫਾਸਲਾ ਰਹਿ ਜਾਂਦਾ ਜੀ? ਦੇਖੋ, ਇੱਕ ਗੱਲ ਕਹਾਂ ਕਿ ਪਿਛਲੀ ਵਾਰ ਦੀ ਜਿਹੜੀ ਲੜਾਈ ਹੈ ਉਹ ਸਿਰਫ ਬਿਲਕੁਲ ਵੱਖਰੀ ਕਿਸਮ ਦੀ ਲੜਾਈ ਬਣ ਗਈ ਸੀ। ਉਹਦਾ ਕਾਰਨ ਇਹ ਹੈ ਵੀ ਹਲਕਾ BJP ਕੋਲੇ ਸੀਗਾ। BJP ਨੇ ਜਦੋਂ ਬਾਹਰੋਂ ਲਿਆ ਕੇ ਇੱਕ ਕਿਸਮ ਦਾ ਤੁਰੰਤ 20 ਦਿਨ ਜਾਂ 25 ਦਿਨ ਪਹਿਲਾਂ ਇੱਕ ਨਵੇਂ ਕੈਂਡੀਡੇਟ ਦਾ ਫੈਸਲਾ ਹੋਇਆ, ਤਾਂ ਉਹ ਲੋਕਾਂ ਦੇ ਵਿੱਚ ਨਾ ਤੇ ਘਰ ਤੱਕ ਪਹੁੰਚ ਕਰ ਪਾਇਆ ਔਰ ਨਾ ਹੀ ਸਾਰਿਆਂ ਨਾਲ ਸੰਪਰਕ ਜਿਹੜਾ ਉਹ ਬਣਾ ਪਾਏ, ਜਿਹਦੇ ਕਰਕੇ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਘਾਟਾ ਜਿਹੜਾ ਹੈ ਉਹ ਗਿਆ। ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਬੜਾ ਲੰਮਾ ਸਮਾਂ ਕੰਮ ਕਰਦੇ ਰਹੇ ਇੱਥੇ ਜੱਗਾ ਜੀ ਸੀਗੇ,
ਜਿਹੜੇ ਬਹਾਵਲਪੁਰ ਸਮਾਜ ਦੇ ਵਿੱਚੋਂ ਸੀਗੇ, ਉਹਨਾਂ ਨੇ ਜਦੋਂ ਮੌਕੇ 'ਤੇ ਉਹਨਾਂ ਨੇ ਆਜ਼ਾਦ ਲੜਨ ਦਾ ਫੈਸਲਾ ਕਰ ਲਿਆ ਤਾਂ 19,000 ਉਹਨਾਂ ਨੂੰ ਪਈ, 15,000 ਜਿਹੜੀ ਹੈਗੀ ਹੈ ਜੱਗਾ ਜੀ ਨੂੰ ਪਈ। ਔਰ ਲਗਭਗ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਕੋਈ 26,000 ਪਈ ਸੀਗੀ। ਇਸ ਕਰਕੇ ਜਦੋਂ ਵੋਟਰ ਦੇ ਮਨ ਦੇ ਵਿੱਚ ਲੱਗਣ ਲੱਗ ਜੇ ਕਿ ਆਹ ਕੈਂਡੀਡੇਟ ਤੇ ਜਿੱਤਣ ਵਾਲੇ ਹੀ ਹੈ ਨਹੀਂਗੇ, ਤੇ ਫਿਰ ਕੁਦਰਤੀ ਹੈ ਜਿਹੜਾ ਜਿੱਤਣ ਵਾਲਾ ਕੈਂਡੀਡੇਟ ਹੋਵੇ ਉਹਨੂੰ 5-10% ਵੋਟ ਦਾ ਹਮੇਸ਼ਾ ਵਾਧਾ ਮਿਲ ਜਾਂਦਾ ਹੈ। ਇੱਕ ਗੱਲ। ਦੂਜਾ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਵੀ ਵਾਧਾ ਮਿਲਿਆ ਕਿ ਜਦੋਂ ਮੁੱਖ ਮੰਤਰੀ ਜਿਹੜੇ ਅੱਜ ਮੌਜੂਦਾ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਰਾਜਪੁਰੇ ਦੀ ਧਰਤੀ 'ਤੇ ਆ ਕੇ ਕਿਹਾ ਕਿ ਸਰਕਾਰ ਕਾਂਗਰਸ ਦੀ ਬਣ ਜਾਣੀ ਹੈ, ਇਹਨੂੰ ਵੱਡਾ ਵਜ਼ੀਰ ਬਣਾਵਾਂਗਾ, ਵਿਕਾਸ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਅਤੇ ਰਾਜਪੁਰੇ ਦੇ ਲੋਕਾਂ ਨੂੰ ਲੱਗਿਆ ਕਿਤੇ ਕਿ ਚਲੋ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ, ਅਤੇ ਜੇ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਕੋਈ ਵੱਡਾ ਲੀਡਰ ਬਣਦਾ ਹੈ, ਮੰਤਰੀ ਵੀ ਬਣਦਾ ਹੈ, ਅਤੇ ਸਾਡਾ ਰਾਜਪੁਰੇ ਦਾ ਸ਼ਾਇਦ ਕੋਈ ਵਿਕਾਸ ਹੋਊਗਾ। ਇਸ ਕਰਕੇ ਮੈਂ ਸਮਝਦਾ ਵੱਡੀ ਪਾਰੀ ਜਿਹੜੀ ਹੈ ਉਹ ਖੇਡੀ ਸੀ। ਪਰ ਮੈਂ ਤੁਹਾਨੂੰ ਉਦੋਂ ਬਾਅਦ ਦਾ ਇੱਕ ਸੀਨ ਯਾਦ ਕਰਾ ਦਿਆਂ ਕਿ 2019 'ਚ ਵੀ ਇੱਕ ਇਲੈਕਸ਼ਨ ਹੋਇਆ ਜਿਹਦੇ ਵਿੱਚੋਂ ਸ਼ਹਿਰ 'ਚੋਂ ਬਹੁਤ ਬੁਰੀ ਤਰ੍ਹਾਂ ਹਰਦਿਆਲ ਕੰਬੋਜ ਕਹਿ ਲਈਏ ਜਾਂ ਮਹਾਰਾਣੀ ਪ੍ਰਨੀਤ ਕੌਰ ਕਹਿ ਲਈਏ, ਉਹ ਹਾਰੇ ਹੈ। ਪਿੰਡਾਂ 'ਚ ਥੋੜ੍ਹੀ ਬਹੁਤੀ बढ़त ਉਸ ਵੇਲੇ ਕਿਉਂਕਿ ਨਵੇਂ ਸਰਪੰਚ ਬਣੇ ਸੀ ਉਹ ਲਈ ਸੀ, ਅਤੇ ਕੋਈ ਜ਼ਿਆਦਾ ਗੈਪ ਨਹੀਂ ਸੀ, 8-9 ਹਜ਼ਾਰ ਦਾ ਗੈਪ ਸੀਗਾ। ਔਰ ਮੈਂ ਜਿਸ ਦਿਨ ਦਾ ਇੱਥੇ ਆਇਆ ਪਿਛਲੇ 2-2.5 ਮਹੀਨੇ ਤੋਂ, ਸੈਂਕੜੇ ਐਸੇ ਚੰਗੇ ਵਰਕਰ ਨੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਚੁੱਕੇ ਹੈ। ਔਰ ਹਜ਼ਾਰਾਂ ਦੀ ਤਾਦਾਦ 'ਚ ਵੋਟ ਜਿਹੜੀ ਹੈ ਉਹ ਪਾਸੇ ਪਲਟ ਚੁੱਕੀ ਹੈ, ਕਿਉਂਕਿ 4.5 ਸਾਲਾਂ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕਾਂਗਰਸ ਪਾਰਟੀ ਨੇ ਵਾਅਦੇ ਕੀਤੇ ਸੀ ਉਹਦੇ 'ਚੋਂ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਉਲਟਾ ਇੱਥੇ ਜਿਹੜੀ ਇੱਕ ਵੱਡੀ ਮੌਜੂਦਾ ਵਿਧਾਇਕ ਹਰਦਿਆਲ ਕੰਬੋਜ ਦੇ ਖਿਲਾਫ ਗੱਲ ਜਾਂਦੀ ਹੈ। ਸਭ ਤੋਂ ਵੱਧ ਇੱਥੇ ਪਰਚਾ ਕਲਚਰ ਹੈ। ਇੱਕ ਮਸ਼ਹੂਰ ਕਹਾਵਤ ਹੈ ਵੀ ਜਾਂ ਪਰਚਾ ਪਵਾ ਲਓ ਅਤੇ ਜਾਂ ਪਰਨਾ ਪਵਾ ਲਓ। ਜੇ ਪਰਨਾ ਪੈ ਗਿਆ ਤਾਂ ਫਿਰ ਭਾਵੇਂ ਕਿਸੇ ਨੇ ਕਿੱਡਾ ਹੀ ਕ੍ਰਾਈਮ ਕੀਤਾ ਫਿਰ ਮਾਫ ਹੈ, ਅਤੇ ਜੇ ਤੁਸੀਂ ਪਰਨਾ ਨਹੀਂ ਪਵਾਉਣਾ ਤਾਂ ਫਿਰ ਭਾਵੇਂ ਕ੍ਰਾਈਮ ਨਹੀਂ ਕੀਤਾ, ਸਾਈਕਲ ਤੋਂ ਵੀ ਡਿੱਗਿਆ ਕੋਈ ਬੰਦਾ, ਫਿਰ ਵੀ 307 ਬਣ ਸਕਦੀ ਹੈ। ਇਸ ਕਰਕੇ ਇਸ ਕਿਸਮ ਦੀ ਸਿਆਸਤ ਨੂੰ ਰਾਜਪੁਰਾ ਨਿਵਾਸੀ ਬੜੇ ਗੌਰ ਨਾਲ ਅਤੇ ਬੜੀ ਬਰੀਕੀ ਨਾਲ ਵੇਖ ਰਹੇ ਆ। ਔਰ ਮੈਂ ਸਮਝਦਾ ਕਿ ਰਾਜਪੁਰਾ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ। ਇਹ ਵੋਟਰ ਦੇ ਮਨ 'ਚ ਕਦੇ ਨਹੀਂ ਹੋਣਾ ਚਾਹੀਦਾ। ਮੈਂ ਇੱਕ ਗੱਲ ਕਹਾਂ ਕਿ ਸਾਨੂੰ ਲੋਕਾਂ ਨੇ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ, ਇਹ ਵੋਟਰ ਨੇ ਫੈਸਲਾ ਕਰਨਾ ਕਿਹਨੂੰ ਵੋਟ ਪਾਉਣੀ ਹੈ। ਪਰ ਪੋਲੀਟੀਕਲ ਬੰਦਾ ਜੇ ਕੋਈ ਪਾਵਰ 'ਚ ਹੈਗਾ, ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੇ ਵਿਰੋਧੀਆਂ 'ਤੇ ਪਰਚੇ ਦਰਜ ਕਰਾਵੇ ਜਾਂ ਉਹਨਾਂ ਦਾ ਬਿਜ਼ਨਸ ਖਰਾਬ ਕਰੇ ਜਾਂ ਉਹਨਾਂ ਦੀਆਂ ਜਾਇਦਾਦਾਂ 'ਤੇ ਕਬਜ਼ੇ ਕਰਾਵੇ। ਇਸ ਚੀਜ਼ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਛਤਰਛਾਇਆ ਨਾਲ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਦਿੱਤੀ ਹੋਈ ਤਾਕਤ ਨਾਲ ਮੈਂ ਰਾਜਪੁਰਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਚੀਜ਼ ਦਾ ਅੰਤ ਕਰਾਂਗੇ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਹੋਰ ਹੈ ਕਿ ਜਿਸ ਤਰ੍ਹਾਂ 1997 ਤੋਂ ਲੈ ਕੇ 2012 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 97 ਤੋਂ ਲੈ ਕੇ 2012 ਤੱਕ ਬੀਜੇਪੀ ਦਾ ਚੰਗਾ ਪ੍ਰਦਰਸ਼ਨ ਰਿਹਾ। ਸਿਰਫ 2017 ਦੇ ਵਿੱਚ ਥੋੜ੍ਹਾ ਡਾਮਾਡੋਲ ਸੀ। ਤਾਂ ਹੁਣ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਕਿਸਾਨੀ ਅੰਦੋਲਨ ਦੇ ਕਾਰਨ ਬੀਜੇਪੀ ਨਾਲੋਂ ਲੋਕ ਨੇ ਜਿਹੜੇ ਬਿਲਕੁਲ ਟੁੱਟੇ ਹੋਏ ਨੇ। ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਬੀਜੇਪੀ ਦੀ ਵੋਟ ਬੈਂਕ ਸੀ ਉਸ ਦਾ ਕਿਸ ਪਾਰਟੀ ਨੂੰ ਫਾਇਦਾ ਹੋਵੇਗਾ? ਦੇਖੋ, 2-3 ਗੱਲਾਂ ਨੇ। ਜਦੋਂ ਕੋਈ ਵੋਟ ਪਾਰਟੀ ਦੀ ਟੁੱਟਦੀ ਹੈ ਤਾਂ ਜਿੱਧਰ ਨੂੰ ਜ਼ਿਆਦਾ ਲੋਕ ਜਾਂਦੇ ਨੇ ਉੱਧਰ ਨੂੰ ਕਈ ਵਾਰੀ ਜਿਹੜੀ ਹੈਗੀ ਹੈ ਮੁਹਾਨ ਬਣਦਾ। ਔਰ ਮੈਂ ਸਮਝਦਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਬੀਜੇਪੀ ਦੀ ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਜਿਹੜੀ ਸੀਗੀ ਉਹਨਾਂ ਨੂੰ ਜੁਆਇਨ ਕਰਾਇਆ। 4 ਜਿਹੜੇ ਮਿਊਨਿਸਪੈਲਿਟੀ ਦੇ ਕਾਉਂਸਲਰ ਲੜੇ ਸੀਗੇ ਉਹਨਾਂ ਨੂੰ ਜੁਆਇਨ ਕਰਾਇਆ। ਹੋਰ ਬਹੁਤ ਸਾਰੇ ਬੀਜੇਪੀ ਦੇ ਐਸੇ ਅਹੁਦੇਦਾਰ ਨੇ ਜਿਨ੍ਹਾਂ ਨੂੰ ਜੁਆਇਨ ਕਰਾਇਆ, ਤਾਂ ਇੱਕ ਮਾਹੌਲ ਬਣਿਆ। ਇਸ ਕਰਕੇ ਵੋਟ ਇਹਦੇ 'ਚ ਕੋਈ ਡਾਊਟ ਨਹੀਂ ਕਿ ਵੋਟ ਵੰਡੀ ਜਾਣੀ ਹੈ। ਪਰ ਮੈਂ ਇਹ ਗੱਲ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ 'ਚੋਂ ਵੱਡਾ ਹਿੱਸਾ ਮਿਲੇਗਾ, ਕਾਫੀ ਵੱਡਾ ਹਿੱਸਾ ਮਿਲੇਗਾ। ਕਾਂਗਰਸ ਵੱਲ ਤਾਂ ਕਿਸੇ ਨੇ ਜਾਣਾ ਹੀ ਨਹੀਂ ਹੈ। ਜੇ ਥੋੜ੍ਹੀ ਬਹੁਤੀ ਵੋਟ ਜੇ ਗਈ ਹੈ ਜਾਂ ਜਾ ਸਕਦੀ ਹੈ ਤਾਂ ਥੋੜ੍ਹੀ ਬਹੁਤੀ ਆਪ ਵੱਲ ਨੂੰ ਗਈ ਹੈ, ਪਰ ਉਹ ਵੀ ਇਸ ਮਾਰਜਨ ਵਾਲੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਦਾ ਜੇ ਤੁਸੀਂ ਰਿਜ਼ਲਟ ਵੇਖੋ ਤਾਂ ਕੁੱਲ ਵੋਟ ਤਾਂ 4500 ਲਈ ਹੈ। ਉਹਦੇ 'ਚ ਜ਼ਿਆਦਾ ਜ਼ੋਰ ਲਾ ਕੇ ਕੋਈ ਕਰ ਲੈਣਗੇ ਤਾਂ ਉਹਨੂੰ ਦੁੱਗਣੀ ਕਰ ਲੈਣਗੇ, ਕਿੰਨੀ ਕੁ ਕਰ ਲੈਣਗੇ। ਇਸ ਕਰਕੇ ਉਹਨਾਂ ਦਾ ਸਫ਼ਰ ਬਹੁਤ ਲੰਬਾ ਹੈ। ਇਹ ਜ਼ਿਆਦਾਤਰ ਵੋਟ ਦਾ ਫਾਇਦਾ ਜਿਹੜਾ ਹੈ ਉਹ ਭਾਵੇਂ ਕਾਂਗਰਸ ਤੋਂ ਟੁੱਟਣੀ ਹੈ, ਭਾਵੇਂ ਬੀਜੇਪੀ ਤੋਂ ਟੁੱਟਣੀ ਹੈ, ਉਹਦਾ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਨੂੰ ਹੀ ਹੋਣਾ ਹੈ। ਇਹ ਹੋਰ ਕਿਸੇ ਪਾਸੇ ਨਹੀਂ ਜਾਣਾ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਹੋਰ ਹੈ ਕਿ ਜਿੱਥੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਸਨੇ ਐਲਾਨ ਕੀਤਾ ਸੀ ਕਿ ਬੀਜੇਪੀ ਦਾ ਵਿਰੋਧ ਕੀਤਾ ਜਾਵੇ, ਪਰ ਹੁਣ ਬਹੁਤ ਸਾਰੇ ਥਾਵਾਂ 'ਤੇ ਦੇਖਿਆ ਕਿ ਤੁਹਾਡੀ ਪਾਰਟੀ ਦੇ ਵੀ ਨੁਮਾਇੰਦਿਆਂ ਦਾ ਵੀ ਵਿਰੋਧ ਹੁੰਦਾ, ਕਾਂਗਰਸ ਪਾਰਟੀ ਦਾ ਵੀ ਹੁੰਦਾ ਅਤੇ ਆਮ ਆਦਮੀ ਪਾਰਟੀ ਦਾ ਵੀ ਹੈ। ਇਸ ਮੁਹਿੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਵੱਖ-ਵੱਖ ਥਾਵਾਂ 'ਤੇ ਜਿਹੜੇ ਵਿਰੋਧ ਨੇ ਉਹ ਸਾਰੀਆਂ ਪਾਰਟੀਆਂ ਦੇ ਹੋ ਰਹੇ ਨੇ ਜੀ। ਦੇਖੋ, ਮੈਂ ਇੱਕ ਗੱਲ ਕਹਾਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਹੀ ਕਿਤੋਂ ਕੋਈ ਕਾਲ ਨਹੀਂ ਹੈ। ਮੈਂ ਧੰਨਵਾਦ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨੇ ਬੜਾ ਕਲੀਅਰ ਕੀਤਾ ਸੀ ਕਿ ਬੀਜੇਪੀ ਤੋਂ ਸਿਵਾਏ ਕਿਸੇ ਦਾ ਕੋਈ ਵਿਰੋਧ ਨਹੀਂ ਕਰਨਾ।
ਜੇ ਪਰਸੋਂ ਪਟਿਆਲਾ ਜਦੋਂ ਆਏ ਹੈ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ ਤੇ ਡਾਕਟਰ ਦਰਸ਼ਨਪਾਲ ਜੀ, ਮਨਜੀਤ ਸਿੰਘ ਰਾਏ ਜੀ, ਪਰਸੋਂ ਦੀ ਦਿਹਾੜੀ 'ਚ ਇਹਨਾਂ ਨੇ ਬੜੀ ਨਾਪੇ ਤੋਲੇ ਸ਼ਬਦਾਂ 'ਚ ਇਹ ਗੱਲ ਕਹੀ ਹੈ ਕਿ ਜੇ ਅਸੀਂ ਬਾਕੀ ਪਾਰਟੀਆਂ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੇ 'ਚ ਕਾਂਗਰਸ ਪਾਰਟੀ ਹੈ, ਜਾਂ ਆਮ ਆਦਮੀ ਪਾਰਟੀ ਹੈ, ਜਾਂ ਬਹੁਜਨ ਸਮਾਜ ਪਾਰਟੀ ਹੈ, ਜਾਂ ਕੋਈ ਕਾਮਰੇਡਾਂ ਦੀ ਪਾਰਟੀ ਹੈ, ਜੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤਾਂ ਅਸਿੱਧੇ ਰੂਪ ਦੇ ਵਿੱਚ ਬੀਜੇਪੀ ਦਾ ਫਾਇਦਾ ਹੋਏਗਾ ਤੇ ਅੰਦੋਲਨ ਕਮਜ਼ੋਰ ਹੋਏਗਾ। ਇਸ ਗੱਲ ਨੂੰ ਸਮਝਦੇ ਹੋਏ ਪਿੰਡਾਂ ਦੇ ਵਿੱਚ ਬੈਠੇ ਹੋਏ ਸਾਰੇ ਕਿਸਾਨ ਭਰਾ, ਨੌਜਵਾਨ ਵੀਰ, ਸਾਡੀਆਂ ਨੌਜਵਾਨ ਬੀਬੀਆਂ, ਭੈਣਾਂ, ਸਾਰਿਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਜਿਹੜੀ ਲੋਕਤੰਤਰ ਹੈ, ਜਿਹੜਾ ਵੋਟ ਰਾਜ ਹੈ, ਇਹਨੂੰ ਬਹਾਲ ਰੱਖਣਾ ਬਹੁਤ ਜ਼ਰੂਰੀ ਹੈ। ਜੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ 3-4-5% ਵੀ ਪੰਚਾਇਤਾਂ ਦੇ ਪੈ ਗਏ, ਜਾਂ ਇਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਹੁੰਦਾ ਰਿਹਾ, ਤਾਂ ਬੀਜੇਪੀ ਤਾਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜੂ, ਕਿਉਂਕਿ ਉਹਨਾਂ ਨੇ ਤਾਂ ਗਵਰਨਰੀ ਰਾਜ ਲਾਉਣ ਦੇ ਮੂਡ ਦੇ ਵਿੱਚ ਬਣ ਸਕਦੀ ਹੈ ਔਰ ਉਹਨਾਂ ਨੂੰ ਇੱਕ ਡਾਕੂਮੈਂਟਰੀ ਸਬੂਤ ਮਿਲੇਗਾ। ਇਸ ਕਰਕੇ ਮੈਂ ਧੰਨਵਾਦ ਕਰਦਾ ਹੋਇਆ ਸਾਰੇ ਸੰਯੁਕਤ ਮੋਰਚੇ ਜਿਨ੍ਹਾਂ ਨੇ ਬੜੀ ਕਲੈਰਿਟੀ ਨਾਲ ਇਹ ਕਿਹਾ ਕਿ ਸਿਵਾਏ ਬੀਜੇਪੀ ਤੋਂ ਕਿਸੇ ਦਾ ਵਿਰੋਧ ਨਹੀਂ ਕਰਨਾ। ਮੈਂ ਉਮੀਦ ਕਰਦਾ ਕਿ ਅਗਲੇ 2-3 ਦਿਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਮਤੇ ਪਏ ਆ ਉਹ ਵੀ ਸ਼ਾਇਦ ਵਾਪਸ ਹੋ ਜਾਣਗੇ, ਔਰ ਮੈਂ ਉਮੀਦ ਕਰਦਾ ਕਿ ਭਾਜਪਾ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਦਾ ਜਿਹੜਾ ਵਿਰੋਧ ਹੈ ਉਹ ਸੜਕਾਂ 'ਤੇ ਨਹੀਂ ਹੋਊਗਾ, ਅਗਰ ਉਹ ਸੰਯੁਕਤ ਮੋਰਚੇ ਦੀ ਗੱਲ ਨੂੰ ਮੰਨਦੇ ਆ। ਅਤੇ ਜੇ ਉਹ ਨਹੀਂ ਮੰਨਦੇ ਤਾਂ ਫਿਰ ਮੈਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਸ਼ੱਕੀ ਹੈ ਕਿ ਇਹ ਪਿੰਡ ਪੱਧਰ ਦੀ ਇੱਕ ਦੂਜੇ ਦੀ ਲੀਡਰਾਂ ਦੀ ਵਿਰੋਧਤਾ ਕਰਕੇ ਹੋ ਸਕਦਾ, ਫਿਰ ਜਾਂ ਕਿਤੇ ਨਾ ਕਿਤੇ ਇਹ ਕਿਸਾਨੀ ਦੇ ਝੰਡੇ ਲੈ ਕੇ ਕੋਈ ਪਾਰਟੀਆਂ ਦੇ ਕੁਛ ਬੰਦੇ ਵੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਹੋ ਸਕਦੇ ਆ। ਇਹ ਪੜਤਾਲ ਦਾ ਹਿੱਸਾ ਹੈ, ਪਰ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ, ਭਾਵੇਂ ਉਹ ਕਿਸਾਨ ਕਿਸੇ ਵੀ ਪਾਰਟੀ ਦੇ ਵਿੱਚ ਬੈਠਾ ਹੈ, ਮੇਰੀ ਸਾਰਿਆਂ ਨੂੰ ਅਪੀਲ ਤੇ ਬੇਨਤੀ ਹੈ ਹੱਥ ਜੋੜ ਕੇ ਕਿ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਹੈ। ਜੇ ਤੁਸੀਂ ਇਹ ਤੁਗਲਕੀ ਫਰਮਾਨ ਜੇ ਕੋਈ ਕਹੇ ਵੀ ਕਿ ਅਸੀਂ ਸਿਆਸੀ ਲੀਡਰ ਨੂੰ ਪਿੰਡ 'ਚ ਨਹੀਂ ਵੜਨ ਦੇਣਾ, ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਡੈਮੋਕ੍ਰੇਸੀ ਨੂੰ ਆਪ ਦੀ ਆਪ ਖਤਮ ਕਰਨਾ ਚਾਹੁੰਦੇ ਹਾਂ। ਫਿਰ ਕੀ ਲੋੜ ਪਈ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗਿਆਂ ਨੂੰ ਫਾਂਸੀ 'ਤੇ ਚੜ੍ਹਨ ਦੀ? ਕੀ ਲੋੜ ਪਈ ਸੀ ਸਾਡਾ ਮੁਲਕ ਆਜ਼ਾਦ ਕਰਾ ਕੇ 10 ਲੱਖ ਤੋਂ ਉੱਪਰ ਬੰਦਾ ਜਿਹੜਾ ਵੰਡ ਵੇਲੇ ਮਾਰਿਆ ਗਿਆ? ਫਿਰ ਸਾਨੂੰ ਕੀ ਲੋੜ ਪਈ ਸੀ? ਇਸ ਕਰਕੇ ਅੱਜ ਲੋੜ ਹੈ, ਜੇ ਕਿਸਾਨੀ ਸੰਘਰਸ਼ ਨੂੰ ਤਿੱਖਾ ਕਰਨਾ ਹੈ, ਉੱਥੇ ਬੰਦੇ ਵਧਾਉਣੇ ਹੈ, ਤੇ ਸੰਯੁਕਤ ਮੋਰਚਾ ਕਾਲ ਕਰੇ, ਡਿਊਟੀ ਲਾਵੇ। ਜਿਵੇਂ ਪਹਿਲਾਂ ਵੀ ਪਿੰਡਾਂ 'ਚੋਂ ਬੰਦੇ ਜਾਂਦੇ ਆ, ਜਿਵੇਂ ਮੰਨ ਲਓ ਮੇਰਾ ਪਿੰਡ ਜਿਹੜਾ ਸੀ, ਉੱਥੋਂ ਮੇਰਾ ਭਰਾ ਜਾਂ ਜਦੋਂ ਡਿਊਟੀ ਆਉਂਦੀ ਹੈ ਵੰਡ ਕੇ ਕਿ ਕਿਹੜੇ ਦਿਨ ਕਿੰਨੇ ਦਿਨ ਕਿਸੇ ਬੰਦੇ ਨੇ ਜਾ ਕੇ ਆਉਣਾ, ਸਾਰੇ ਜਾ ਕੇ ਆਉਂਦੇ ਆ। ਔਰ ਉਹਨੂੰ ਜੇ ਤਿੱਖਾ ਕਰਨਾ ਹੈ ਤਾਂ ਸੰਯੁਕਤ ਮੋਰਚਾ ਬੈਠ ਕੇ ਆਪਦਾ ਸਿਰ ਨਾਲ ਸਿਰ ਜੋੜ ਕੇ ਸਾਰੇ ਇੱਕ ਫੈਸਲਾ ਕਰਨ, ਪੰਜਾਬ ਦੇ ਲੋਕਾਂ ਨੂੰ ਕਾਲ ਦੇਣ। ਸਾਰੇ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਸੰਯੁਕਤ ਮੋਰਚੇ ਦੀ ਕਾਲ 'ਤੇ ਸਾਰੇ ਫੁੱਲ ਚੜਾਉਂਦੇ ਆ, ਅੱਗੇ ਵੀ ਚੜਾਵਾਂਗੇ, ਪਰ ਇਹ ਜਿਹੜੀ ਭਰਾ ਮਾਰੂ ਜੰਗ ਹੈ ਜਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਜੰਗ ਹੈ, ਇਹ ਮੇਰਾ ਖਿਆਲ ਹੈ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਤੇ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਤੋਂ ਹਟਣਾ ਚਾਹੀਦਾ। ਇਹਦੇ ਨਾਲ ਸਾਡਾ ਪੰਜਾਬ ਦਾ ਨੁਕਸਾਨ ਹੋ ਜਾਏਗਾ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਹੋਰ ਹੈ, 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਦੇ ਵਿੱਚ ਬੇਅਦਬੀ ਦੇ ਮੁੱਦੇ ਨੇ ਤੁਹਾਡੀ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਜਿਹੜੀ ਪਾਰਟੀ 10 ਸਾਲ ਸੱਤਾ ਦੇ ਵਿੱਚ ਰਹੀ, ਉਸ ਦੇ ਸੱਤਾ ਪਰਿਵਰਤਨ ਦੇ ਵਿੱਚ ਬੇਅਦਬੀ ਦਾ ਮੁੱਦਾ, ਉਹ ਭਾਵੇਂ ਤੁਹਾਡੇ ਵਿਰੋਧੀਆਂ ਵੱਲੋਂ ਇਲਜ਼ਾਮ ਹੋਣ, ਭਾਵੇਂ ਕੁਝ ਵੀ ਹੋਵੇ, ਪਰ ਨੁਕਸਾਨ ਤੁਹਾਡੀ ਪਾਰਟੀ ਨੂੰ ਝੱਲਣਾ ਪਿਆ ਸੀ। ਬਾਦਲ ਸਾਹਿਬ ਖੁਦ ਕਹਿੰਦੇ ਆ ਕਿ ਜਿਹੜੇ CM ਹੁੰਦਾ ਉਸ ਨੂੰ ਸੂਬੇ ਦੇ ਵਿੱਚ ਕੀੜੀ ਵੀ ਦਿਖ ਜਾਂਦੀ ਹੈ। ਫਿਰ ਕਾਂਗਰਸ ਪਾਰਟੀ ਤੇ ਤੁਹਾਡੀ ਵੀ ਸਰਕਾਰ ਥੋੜ੍ਹਾ ਸਮਾਂ ਰਹੀ ਸੀ ਉਦੋਂ, ਭਾਵੇਂ ਕਿ ਸਮਾਂ ਥੋੜਾ ਸੀ, ਪਰ ਬੇਅਦਬੀ ਦੇ ਦੋਸ਼ੀ ਹਾਲੇ ਤੱਕ ਫੜੇ ਨਹੀਂ ਗਏ ਜੀ। ਕੀ ਕਾਰਨ ਮੰਨਦੇ ਹੋ? ਦੇਖੋ, ਇਹਦੇ 'ਚ ਦੋ ਗੱਲਾਂ ਹੈ। ਪਹਿਲੀ ਗੱਲ ਤਾਂ ਸਰਕਾਰ ਦੱਸੇ ਵੀ ਫੜੇ ਗਏ ਹੈ ਕਿ ਨਹੀਂ ਫੜੇ ਗਏ, ਕਿਉਂਕਿ ਜੋ ਮੇਰੀ ਇਨਫੋਰਮੇਸ਼ਨ ਆ ਉਹਦੇ ਮੁਤਾਬਕ ਉਹਨਾਂ ਨੇ ਸੌਦਾ ਸਾਧ ਦੇ ਬੰਦੇ ਜਿਹੜੇ ਹੈ ਉਹ ਫੜੇ ਸੀ। ਫੜ ਕੇ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਦੇ ਚਲਾਨ ਤੱਕ ਵੀ ਪੇਸ਼ ਕਰਤੇ ਹੈ। ਕੁਛ ਬੰਦੇ ਅੰਦਰ ਹੈ, ਕੁਛ ਜ਼ਮਾਨਤ 'ਤੇ ਹੈ, ਕੁਛ ਇੱਕ ਮਾਰਿਆ ਵੀ ਗਿਆ। ਇਸ ਕਰਕੇ ਤਾਂ ਸਰਕਾਰ ਸਪਸ਼ਟ ਕਰੇ ਕਿ ਕੀ ਉਹ ਬੇਅਦਬੀ ਦੇ ਦੋਸ਼ੀ ਸਾਰੇ ਫੜੇ ਗਏ ਜਾਂ ਬਕਾਇਆ। ਇੱਕ ਤਾਂ ਇਹ ਪਹਿਲੂ ਹੈ। ਦੂਜਾ, ਮੈਂ ਬੇਨਤੀ ਕਰਾਂ ਕਿ ਜਿਸ ਦਿਨ ਇਹ ਬੇਅਦਬੀ ਦਾ ਵਾਕਿਆਤ ਹੁੰਦਾ ਹੈ ਅਤੇ 8-10 ਦਿਨ ਪੂਰਾ ਪੰਜਾਬ ਬੰਦ ਰਹਿੰਦਾ ਹੈ। 15 ਤਰੀਕ ਦੀ ਸ਼ਾਇਦ ਗੱਲ ਹੈ, ਜੇ ਮੈਂ ਨਾ ਭੁੱਲਦਾ ਹੋਵਾਂ, ਅਕਤੂਬਰ ਦੀ, ਅਤੇ 14-15 ਦਿਨ ਪੰਜਾਬ ਸਾਰੀਆਂ ਸੜਕਾਂ ਜਾਮ ਰਹਿੰਦੀਆਂ। ਅਤੇ ਇੱਕੋ ਹੀ ਮੰਗ ਸੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਸਾਨੂੰ ਕੋਈ ਭਰੋਸਾ ਨਹੀਂ, ਜਿਹਦੇ 'ਚ ਕੈਪਟਨ ਅਮਰਿੰਦਰ ਤੋਂ ਲਾ ਕੇ ਪ੍ਰਤਾਪ ਬਾਜਵਾ ਉਸ ਵੇਲੇ ਪ੍ਰਧਾਨ ਸੀ ਕਾਂਗਰਸ ਦਾ, ਉਹ ਤੋਂ ਲਾ ਕੇ ਬੀਬੀ ਭੱਠਲ ਤੋਂ ਲਾ ਕੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੋਂ ਲਾ ਕੇ ਕੇਜਰੀਵਾਲ ਤੋਂ ਲਾ ਕੇ ਸਮੁੱਚੀਆਂ ਜਿਹੜੇ ਸੰਤ ਸਮਾਜ ਕਹਾਉਂਦਾ, ਭਾਵੇਂ ਵਿੱਚ ਕੁਛ ਅਖੌਤੀ ਵੀ ਸੀਗੇ ਅਤੇ ਜੋ ਅਸਲੀ ਸੰਤ ਸਮਾਜ ਆ, ਸਭ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ 'ਤੇ ਕੋਈ ਸਾਨੂੰ ਜਿਹੜਾ ਹੈਗਾ ਉਹ ਭਰੋਸਾ ਨਹੀਂ ਹੈ। ਇਸ ਕਰਕੇ ਜਾਂਚ ਜਿਹੜੀ ਹੈ CBI ਨੂੰ ਦਿਓ ਜਾਂ ਮਾਨਯੋਗ ਸੁਪਰੀਮ ਕੋਰਟ ਨੂੰ ਦਿਓ। ਅਤੇ ਅਸੀਂ 1 ਨਵੰਬਰ ਨੂੰ ਜਾਂਚ ਜਿਹੜੀ ਹੈ ਉਹ CBI ਨੂੰ ਦੇਤੀ। ਇਸ ਕਰਕੇ ਪੰਜਾਬ ਸਰਕਾਰ ਕੋਲੇ ਉਸ ਸਮੇਂ ਸਾਡੇ ਕੋਲੇ ਤਾਂ ਕੋਈ ਬਹੁਤੇ ਦਿਨ ਜਾਂਚ ਰਹੀ ਨਹੀਂ। ਇੱਕ ਗੱਲ
ਦੇਸ਼ ਦੇ ਵਿੱਚ ਵਰਲਡ ਦੇ ਵਿੱਚ ਬਹੁਤ ਸਾਰੇ ਕੇਸ ਐਸੇ ਹੁੰਦੇ ਆ ਜਿਹੜੇ ਕਈ ਹੱਲ ਹੋਣ ਤੋਂ ਰਹਿ ਜਾਂਦੇ ਆ। ਜੇ ਉਹ ਹੱਲ ਉਹ 15 ਦਿਨਾਂ 'ਚ ਅਸੀਂ ਨਹੀਂ ਕਰ ਪਾਏ ਜਿੰਨਾ ਸਮਾਂ ਸਾਡੇ ਕੋਲ ਸੀਗਾ, ਤਾਂ ਸਭ ਤੋਂ ਵੱਡਾ ਨੁਕਸਾਨ ਵੀ ਸਾਡਾ ਹੀ ਹੋਇਆ। ਔਰ ਸਾਡੇ ਪਾਰਟੀ ਪ੍ਰਧਾਨ ਸਾਹਿਬ ਤੇ ਸਮੁੱਚੀ ਪਾਰਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕੀਤੀ ਹੈ, ਜਿਹੜੀ ਤੁਸੀਂ ਪਹਿਲਾਂ ਵੀ ਸੁਣੀ ਹੈ ਕਿ ਹੇ ਪਰਮਾਤਮਾ, ਜੀ ਨੇ ਬੇਅਦਬੀ ਕੀਤੀ ਹੈ ਉਹਦਾ ਕੱਖ ਨਾ ਰਹੇ, ਜਿਹਨੇ ਕਰਵਾਈ ਹੈ ਉਹਦਾ ਕੱਖ ਨਾ ਰਹੇ, ਜਿਹੜਾ ਇਹਦੇ ਤੇ ਸਿਆਸਤ ਕਰਦਾ ਉਹਦਾ ਵੀ ਕੱਖ ਨਾ ਰਹੇ। ਤੇ ਇੱਕ ਬਾਅਦ 'ਚ ਡਿਮਾਂਡ ਉੱਠੀ ਸੀ ਕਿ ਜਿਹਨੇ ਇਹਦੇ 'ਚ ਕੋਈ ਡਿਲੇ ਕੀਤਾ ਉਹਦਾ ਵੀ ਕੱਖ ਨਾ ਰਹੇ। ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਮੂਹਰੇ ਇਹ ਅਰਦਾਸ ਕਰ ਲੈਣੀ, ਕਿਸੇ ਹੋਰ ਪਾਰਟੀ ਦਾ ਬੰਦਾ ਕਦੇ ਜਾ ਕੇ ਕਰਦਾ ਦੇਖਿਆ ਇਹ ਅਸੀਂ ਕੀਤੀ ਹੈ ਨਾ। ਇਸ ਕਰਕੇ ਮੈਂ ਕਹਾਂ ਕਿ ਗੁਰੂ ਸਾਹਿਬ ਬੜੇ ਜਾਣੀ ਜਾਣ ਨੇ, ਗੁਰੂ ਸਾਹਿਬ ਖੁਦ ਇਨਸਾਫ ਲੈ ਲੈਣਗੇ। ਹਲੇ ਕਿਸ ਦਾ ਮੈਂ ਸਮਝਦਾ ਕਿ ਜਿਹੜਾ ਹੈਗਾ ਇਮਤਿਹਾਨ ਲੈ ਰਹੇ ਆ ਇਹ ਪਤਾ ਨਹੀਂ ਹੈ। ਤੇ ਜੇ ਤੁਸੀਂ ਵੇਖੋ ਤਾਂ ਕਈ ਗੱਲਾਂ ਐਸੀਆਂ ਹੈ ਜਿਹਦੇ 'ਚ ਗੁਰੂ ਸਾਹਿਬ ਦੀ ਉਹ ਅਰਦਾਸ ਜਿਹੜੀ ਆ ਪੂਰੀ ਹੁੰਦੀ ਦੱਸੀ। ਕਾਂਗਰਸ ਕਿਉਂ ਪਾਟੋ ਤਾੜ ਹੋਈ ਫਿਰਦੀ ਹੈ? ਸਭ ਤੋਂ ਵੱਧ ਰੌਲਾ ਪਾਉਣ ਵਾਲਾ ਜਾਖੜ ਸੀ, ਨਾ ਅੱਜ MLA ਹੈ, ਨਾ MP ਹੈ, ਤੇ ਨਾ ਪ੍ਰਧਾਨ ਹੈ। ਤੇ ਜਿਹੜੇ ਦੂਜੇ ਸੀਗੇ, ਮੰਨ ਲਓ ਨਵਜੋਤ ਸਿੱਧੂ ਹੈ, ਉਹ ਪਹਿਲਾਂ ਮੰਤਰੀ ਤੋਂ ਲੱਥਾ, ਹੁਣ ਕੰਟਰੋਵਰਸੀਅਲ ਪ੍ਰਧਾਨ ਬਣਿਆ ਤੇ ਮੁੱਖ ਮੰਤਰੀ ਨਾਲ ਨਹੀਂ ਬਣਦੀ। ਇਸੇ ਤਰ੍ਹਾਂ ਜਿਹੜਾ ਸੁਖੀ ਰੰਧਾਵਾ ਸਾਹਿਬ ਹੈ, ਉਹ ਜ਼ਿਆਦਾ ਰੌਲਾ ਪਾਉਂਦਾ ਸੀ, ਸਿਆਸਤ ਕਰਦਾ ਸੀ, ਉਹਦੇ ਵੀ ਹਾਲਾਤ ਤੁਹਾਨੂੰ ਪਤਾ ਕਿ ਮੰਤਰੀ ਤੋਂ ਬਦਲਣ ਦੇ ਲਈ ਗੱਲ ਹੋ ਰਹੀ ਹੈ। ਇਸ ਕਰਕੇ ਮੈਂ ਇਹ ਬੇਨਤੀ ਕਰਾਂ ਕਿ ਸਾਡੇ ਲਈ ਫਿਕਰਮੰਦੀ ਹੋਣੀ ਚਾਹੀਦੀ ਹੈ, ਨਾ ਕਿ ਇਹਦੇ 'ਤੇ ਸਿਆਸਤ ਹੋਣੀ ਚਾਹੀਦੀ ਹੈ। ਮੇਰਾ ਸਵਾਲ ਹੈ ਕਿ 2.5 ਪੌਣੇ 3 ਸਾਲ ਪਹਿਲਾਂ, ਜੇ ਮੈਂ ਗਲਤ ਨਾ ਹੋਵਾਂ, ਕਲਿਆਣ ਪਿੰਡ ਮੁੱਖ ਮੰਤਰੀ ਸਾਹਿਬ ਦੇ ਘਰ ਤੋਂ 12-13 ਕਿਲੋਮੀਟਰ ਹੀ ਹੋ ਸਕਦਾ, ਪਟਿਆਲੇ ਜ਼ਿਲ੍ਹੇ 'ਚ ਹੈ, ਤਾਂ ਉਹਦੇ ਵਿੱਚ ਸਾਡਾ ਜਿਹੜਾ ਹੱਥ ਲਿਖਤ ਬੜੀ ਇੱਕ ਸੂਖਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹਨੂੰ 2.5 ਪੌਣੇ 3 ਸਾਲ ਹੋ ਗਏ ਗੁੰਮੀ ਨੂੰ। ਤੇ ਫਿਰ ਇਹਦਾ ਮਤਲਬ ਉਹ ਮੁੱਖ ਮੰਤਰੀ ਨੇ ਗੁੰਮ ਕਰਾਈ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੁੰਡਾ ਜਿਹੜਾ ਹੈਗਾ ਨੌਜਵਾਨ, ਉਹ ਬੇਅਦਬੀ ਕਰਦਾ, ਉਹਦਾ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਤੇ ਆਰਾਮ ਨਾਲ ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਂਦਾ, ਉਹਨੂੰ ਮੰਦਬੁੱਧੀ ਕਰਾਰ ਦੇ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਜਾਂ ਕਾਂਗਰਸ ਵੱਲੋਂ। ਇਵੇਂ ਜਿਵੇਂ ਭਵਾਨੀਗੜ੍ਹ ਦੇ ਵਿੱਚ ਇੱਕ ਬੀਬੀ ਹੈ, ਉਹ ਜਿਹੜੀ ਹੈਗੀ ਹੈ ਪੈਟਰੋਲ ਲੈ ਕੇ ਆਉਂਦੀ ਹੈ ਖਰੀਦ ਕੇ, ਫਿਰ ਉਹ ਲਿਆ ਕੇ ਅਗਨ ਭੇਟ ਕਰਦੀ ਹੈ, ਤੇ ਉਹਨੂੰ ਵੀ ਪੁਲਿਸ ਜਿਹੜੀ ਹੈ ਕਹਿੰਦੀ ਜੀ ਇਹ ਮੰਦਬੁੱਧੀ ਹੈ। ਇਸ ਕਰਕੇ ਅੱਜ ਵੀ 125 ਦੇ ਕਰੀਬ, ਜਾਂ ਮੈਂ ਕਹੂੰਗਾ 135-40 ਦੇ ਕਰੀਬ ਇਸ ਸਰਕਾਰ 'ਚ ਵੀ ਬੇਅਦਬੀਆਂ ਸਾਹਮਣੇ ਆ ਗਈਆਂ। ਸਾਡਾ ਤਾਂ ਸਿਰ ਹੀ ਸ਼ਰਮ ਨਾਲ ਝੁਕ ਜਾਣਾ ਚਾਹੀਦਾ, ਨਾ ਕਿ ਕਿਸੇ ਨੂੰ ਇੱਕ ਦੂਜੇ ਨੂੰ ਤੁਹਮਤਬਾਜ਼ੀ 'ਚ ਪੈਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬ ਦੀ ਜਾਂ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਕਿਉਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਾਂ, ਜਿਸ ਕਿਸਮ ਦੀ ਸਿਆਸਤ ਕਾਂਗਰਸ ਨੇ ਸ਼ੁਰੂ ਕੀਤੀ ਸੀ, ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਹੈ ਕਿ ਇਹਨੂੰ ਸਿਆਸੀ ਮੁੱਦਾ ਨਹੀਂ ਬਣ ਦਿੱਤਾ ਜਾਣਾ ਚਾਹੀਦਾ, ਜਾਂ ਇਸ ਮੁੱਦੇ ਤੇ ਦੁਬਾਰਾ ਨਹੀਂ ਕਾਂਗਰਸ ਨੂੰ ਵੋਟਾਂ ਬਟੋਰਨ ਦੇਣੀਆਂ। ਜਿਹੜੇ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਕਿ ਨਹੀਂ ਕੀਤੇ, ਉਹਨਾਂ ਦਾ ਹਿਸਾਬ ਲੈਣਗੇ ਲੋਕ। ਅੱਛਾ ਬਰਾੜ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਅਕਾਲੀ ਦਲ ਦੇ ਨੇ ਤਾਂ ਮਾਫੀ ਵੀ ਮੰਗੀ ਹੈ, ਪਰ ਖੁਦ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਨਸ਼ੇ ਦੇ ਮੁੱਦੇ ਤੇ ਮਜੀਠੀਆ ਸਾਹਿਬ ਦਾ ਸ਼ਰੇਆਮ ਬਹੁਤ ਵਾਰ ਨਾਂ ਲੈਂਦੇ ਆ, ਤੇ ਬੇਅਦਬੀ ਦੇ ਮੁੱਦੇ ਤੇ ਬਾਦਲ ਸਾਹਿਬ ਹੋਰਾਂ ਦਾ ਸ਼ਰੇਆਮ ਨਾਂ ਲੈਂਦੇ ਆ। ਤੇ ਹੁਣ ਉਹ ਇੱਕ ਹੋਰ ਗੱਲ ਕਹਿੰਦੇ ਆ ਕਿ ਜਦੋਂ ਮੇਰੇ ਹੱਥ ਸੱਤਾ ਆਈ ਜਾਂ ਮੇਰੀ ਸਰਕਾਰ ਆਈ, ਤਾਂ ਜਦੋਂ ਮੇਰਾ ਟਾਈਮ ਆਇਆ ਤਾਂ ਮਜੀਠੀਆ ਸਾਹਿਬ ਨੂੰ ਅੰਦਰ ਸਿੱਟਾਂਗੇ। ਇਸ ਤਰ੍ਹਾਂ ਦੇ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਇੱਕ ਗੱਲ ਹੈ ਕਿ ਇਹਨਾਂ ਮੁੱਦਿਆਂ ਤੇ ਸਿਆਸਤ ਬੜੀ ਹੋ ਰਹੀ। ਮੈਂ ਇੱਕ ਬੇਨਤੀ ਕਰਾਂ, ਮਾਨਯੋਗ ਹਾਈ ਕੋਰਟ ਨੇ 2 ਵਾਰੀ ਇਨਕੁਆਇਰੀ ਕਰਾ ਲਈ, ਔਰ ਉਹਦੇ ਵਿੱਚ ਕਿਤੇ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਨਾਂ ਨਹੀਂ ਆਇਆ, ਇਹਦੇ ਤੇ ਇਕੱਲੀ ਸਿਆਸਤ ਹੋ ਰਹੀ। ਇੱਕ ਗੱਲ, ਕੇਜਰੀਵਾਲ ਸਾਹਿਬ ਨੇ ਸਾਰੇ ਪੰਜਾਬ ਦੇ ਬੋਰਡ ਲਾ ਕੇ ਕੰਧਾਂ ਭਰਤੀਆਂ ਸੀਗੀਆਂ, ਚੌਂਕਾਂ 'ਚ ਲਾਤੇ ਸੀ, ਤੇ ਜਦੋਂ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਪਾਇਆ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ, ਤੇ ਉਹਨੂੰ ਮਾਫੀ ਮੰਗ ਕੇ ਭੱਜਣਾ ਪਿਆ। ਅੱਜ ਪੌਣੇ 5 ਸਾਲ ਨਵਜੋਤ ਸਿੱਧੂ ਦੀ ਸਰਕਾਰ ਨੂੰ ਹੋ ਗਏ ਵੀ ਜੇ ਤੇਰੇ ਕੋਲੇ ਕੋਈ ਗੱਲ ਸੀਗੀ, ਸਬੂਤ ਹੈਗੇ, ਤਾਂ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਇਹ ਸਿਰਫ ਤੇ ਸਿਰਫ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਾਹਿਯਾਤ ਗੱਲਾਂ ਜਿਹੜੀਆਂ ਇਹ ਮੌਜੂਦਾ ਪ੍ਰਧਾਨ ਕਰਦਾ। ਮੈਂ ਉਹਦੀ ਗੱਲ ਨੂੰ ਵੱਡੀ ਹੋਰ ਪਾਸੇ ਨੂੰ ਕਰ ਦਿੰਦਾ, ਉਹਦਾ ਜਵਾਬ ਤੁਸੀਂ ਵੀ ਦੇ ਦੇ, ਜਨਤਾ ਵੀ ਸੋਚ ਲੇ। ਉਹ ਤਾਂ ਕਹਿੰਦਾ ਜਦੋਂ ਸਾਡੀ ਸਰਕਾਰ ਬਣ ਗਈ ਤੇ ਮੈਂ ਕਹਿੰਦਾ 3 ਰੁਪਏ ਬਿਜਲੀ ਦੇ ਯੂਨਿਟ ਦੇ ਦੂੰਗਾ। ਹੁਣ ਉਹਨੂੰ ਪੁੱਛੇ ਤਾਂ ਸਹੀ ਕੋਈ, ਜਾਂ ਉਹਨੂੰ ਇੰਨੇ ਹੀ ਬੇਅਕਲੀ ਵਾਲੇ ਬਿਆਨ ਦੇ ਰਿਹਾ ਹੈ, ਜਿਸ ਕਿਸਮ ਦੀ ਉਹਦੀ ਬੋਡੀ ਲੈਂਗੁਏਜ ਹੈ, ਮੈਨੂੰ ਇਹ ਲੱਗਦਾ ਕਿ ਲੋਕ ਆਪਣੇ ਆਪ ਨੂੰ ਸ਼ਰਮ ਮੰਨਦੇ ਹੋਣਗੇ ਕਿ ਕੀ ਸਾਡੇ ਆਹ ਲੀਡਰ ਹੈ ਜਿਹੜੇ ਅਗਵਾਈ ਕਰਨਗੇ? ਕੀ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਲੋਕ ਪੰਜਾਬ ਨੂੰ ਚਲਾ ਸਕਦੇ ਆ? ਤੇ ਉਹਨੂੰ ਇਹ ਨਹੀਂ ਪਤਾ ਵੀ ਸਰਕਾਰ ਤੇਰੀ ਹੈ, ਪੌਣੇ 5 ਸਾਲ ਹੋ ਗਏ, ਤੇ ਜੇ ਤੂੰ ਕਰਨੇ ਆ ਤਾਂ ਭਾਈ ਹੁਣ ਕਰ ਦੇ। ਜਿਹੜੇ ਹੁਣ ਤੱਕ ਵੱਧ ਪੈਸੇ ਲਏ ਆ ਬਿਜਲੀ ਦੇ, ਤੇ ਉਹ ਤੂੰ ਪੈਸੇ ਵਾਪਸ ਕਰ ਦੇ ਲੋਕਾਂ ਨੂੰ, ਤੇ ਅਸੀਂ ਵੀ ਤੈਨੂੰ ਸ਼ਾਬਾਸ਼ ਕਹਿ ਦਾਂਗੇ। ਇਸ ਕਰਕੇ ਇਹ ਬਿਨਾਂ ਕਿਸੇ ਗੱਲ ਤੋਂ ਇਹਨਾਂ ਮੁੱਦਿਆਂ ਨਾਲ ਤੋਂ ਜਿਹੜੇ ਅਸਲੀ ਮੁੱਦੇ ਉਹਨਾਂ ਤੋਂ, ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਆ। ਔਰ ਮੈਂ ਤਾਂ ਹਲੇ ਵੀ ਇਹ ਬੇਨਤੀ ਕਰੂੰਗਾ ਕਿ ਸੁਹਿਰਦਤਾ ਨਾਲ ਕੰਮ ਕਰੋ। ਜਿਹੜੇ 3-4 ਮਹੀਨੇ ਰਹਿ ਗਏ, ਪਰਮਾਤਮਾ ਨੂੰ ਜਾਣ ਦੇਣੀ ਹੈ, ਕਦੇ ਵੀ ਕਿਸੇ ਨੂੰ ਆਪਦੇ ਮੂੰਹ 'ਚ ਉੱਚਾ ਨਹੀਂ ਬੋਲਣਾ ਚਾਹੀਦਾ। ਤੇ ਜੇ ਤੁਸੀਂ ਸਹੀ ਜਾਂਚ ਹੀ ਕਰ ਲਓ
ਤੇ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ, ਸਭ ਤੋਂ ਵੱਡੇ ਨਸ਼ਿਆਂ ਦੇ ਜਿਹੜੇ ਸੁਦਾਗਰ, ਜਿਹੜੀਆਂ 3-3 ਫੈਕਟਰੀਆਂ ਫੜੀਆਂ ਗਈਆਂ, ਉਹਦੇ ਤੁਸੀਂ ਬ੍ਰਾਂਡ ਐਂਬੈਸਡਰ ਹੀ ਬਣ ਗਏ। ਉਹਨਾਂ ਦੀ ਤੁਸੀਂ ਹਿੱਕ ਥੱਪੜ ਕੇ ਕਹਿਣੇ ਆ ਕਿ ਇਹਦੀ ਮੈਂ ਕੰਪੇਨ ਕਰੂੰਗਾ, ਇਹਦੀ ਟਿਕਟ ਕਿਵੇਂ ਕੱਟੀ ਜਾਊਗੀ। 135-40 ਬੰਦੇ ਮਰ ਜਾਣ, 3 ਸ਼ਰਾਬ ਦੀਆਂ ਜਾਲੀ ਫੈਕਟਰੀਆਂ ਫੜੀਆਂ ਜਾਣ, ਦਰਜਨਾਂ ਲੋਕ ਦੋਨੋਂ ਅੱਖਾਂ ਤੋਂ ਅੰਨੇ ਹੋ ਜਾਣ, ਹਜ਼ਾਰਾਂ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨਾਲ ਘਿਰੇ ਪਏ ਹੋਣਗੇ, ਤੇ ਇਹ ਪਾਰਟੀ ਦਾ ਪ੍ਰਧਾਨ ਉਹਦੇ ਘਰੇ ਜਾ ਕੇ 2 ਵਾਰੀ ਕਹਿੰਦਾ ਹੈ ਕਿ ਮੈਂ ਮਤਲਬ ਇਹਦੀ ਪ੍ਰੋਟੈਕਸ਼ਨ ਕਰੂੰਗਾ। ਇਸ ਕਰਕੇ ਪਹਿਲਾਂ ਜੇ ਤੁਸੀਂ ਵਾਕਈ ਇਸ ਚੀਜ਼ 'ਤੇ ਪਹਿਰਾ ਦੇਣਾ ਤੇ ਤੁਹਾਨੂੰ ਆਪਣੇ ਘਰ ਤੋਂ ਗੱਲ ਸ਼ੁਰੂ ਕਰਨੀ ਪਏਗੀ। ਉਹਦੀ ਸਪਸ਼ਟ ਜਾਂਚ ਹੋਣੀ ਚਾਹੀਦੀ ਹੈ। ਅਗਰ ਉਹਨਾਂ ਦਾ ਕੋਈ ਕਿਤੇ ਇਨਵੋਲਵਮੈਂਟ ਹੈ ਤਾਂ ਜੋ ਕਾਰਵਾਈ ਉਹ ਹੋਣੀ ਚਾਹੀਦੀ ਹੈ, ਅਗਰ ਨਹੀਂ ਹੈਗੀ ਤਾਂ ਜਿਹੜਾ ਹੈਗਾ ਉਹ ਸਪਸ਼ਟ ਆਵੇ। ਪਰ ਤੁਸੀਂ ਆਪਦੇ ਲਈ ਪੈਰਾਮੀਟਰ ਹੋਰ ਨੇ ਪਰ ਵਿਰੋਧੀਆਂ ਲਈ ਹੋਰ ਨੇ, ਇਹ ਮੇਰੇ ਖਿਆਲ ਬੜੀ ਮਾੜੀ ਗੱਲ ਹੈ। ਅੱਛਾ ਬਰਾੜ ਸਾਹਿਬ, ਇੱਕ ਚੀਜ਼ ਹੋਰ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਮਾਫੀ ਮੰਗ ਲਈ ਸੀ ਵਿਕਰਮ ਮਜੀਠੀਆ ਹੋਰਾਂ ਤੋਂ। ਫਿਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਪੋਸਟਰ ਲਵਾਏ, ਉਹਨਾਂ ਦੇ ਉੱਤੇ ਡੈਫੀਮੇਸ਼ਨ ਦਾ ਕੇਸ ਕਰ ਦਿੱਤਾ ਜਾਂਦਾ ਮਜੀਠੀਆ ਸਾਹਿਬ ਤੋਂ ਵੱਲੋਂ, ਤੇ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਸ਼ਰੇਆਮ ਉਹਨਾਂ ਦਾ ਨਾਂ ਲੈਂਦੇ ਆ, ਉਹਨਾਂ ਤੇ ਜਿਹੜਾ ਕੇਸ ਨਹੀਂ ਹੋ ਰਿਹਾ। ਤੇ ਬੇਅਦਬੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜਿਹੜੇ ਬਾਦਲ ਪਰਿਵਾਰ ਹੈ ਉਹਨਾਂ ਨੂੰ ਕੈਪਟਨ ਤੇ ਬਾਦਲ ਪਰਿਵਾਰ ਮਿਲੇ ਹੋਏ ਨੇ, ਤੇ ਜਿਹੜੇ ਮਜੀਠੀਆ ਤੇ ਸਿੱਧੂ ਵੀ ਮਿਲੇ ਹੋਏ ਨੇ, ਇਹ ਆਮ ਆਦਮੀ ਪਾਰਟੀ ਕਹਿੰਦੀ ਹੈ। ਦੇਖੋ, ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਯਾਦ ਕਰੋ ਜਦੋਂ ਇਹਨੇ ਬੱਚਿਆਂ ਦੀ ਸਹੁੰ ਖਾਧੀ ਸੀ ਕਿ ਨਾ ਮੈਂ ਕਾਂਗਰਸ ਨਾਲ ਸਮਝੌਤਾ ਕਰੂੰਗਾ, ਨਾ ਮੈਂ ਬੀਜੇਪੀ ਨਾਲ ਸਮਝੌਤਾ ਕਰੂੰਗਾ ਜੇ ਐਮਐਲਏ ਘਟ ਗਏ। ਔਰ ਨਾਲ ਇੱਕ ਹੋਰ ਉਸੇ ਭਾਸ਼ਾ 'ਚ ਮੈਂ ਦੱਸੂੰਗਾ ਕਿ ਨਾ ਗਾੜੀ ਲੂੰਗਾ, ਨਾ ਬੰਗਲਾ ਲੂੰਗਾ, ਨਾ ਮੈਂ ਗਨਮੈਨ ਲੂੰਗਾ, ਨਾ ਮੈਂ ਤਨਖਾਹ ਲੂੰਗਾ, ਰੇਲ 'ਤੇ ਆਇਆ ਕਰੂੰਗਾ। ਤੇ ਜਦੋਂ ਐਮਐਲਏ ਘਟ ਗਏ ਤੇ ਇਹਨੇ ਕਾਂਗਰਸ ਨਾਲ ਹੀ ਰਲ ਕੇ ਜਿਹੜੀ ਆ ਸਰਕਾਰ ਬਣਾਈ ਸੀ। ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਰਦੇ ਹਾਂ। ਦੂਜੀ ਮੈਂ ਬੇਨਤੀ ਕਰਦੇ ਹਾਂ ਕਿ 400% ਦਾ ਵਾਧਾ ਇਹਨੇ ਆਪਦੀਆਂ ਤਨਖਾਹਾਂ 'ਚ ਕੀਤਾ। ਵੈਗਨਰ ਅੱਜ ਨਹੀਂ ਦਿਸਦੀ ਕਿਤੇ, ਉਹਦੀ ਥਾਂ ਤੇ ਵੱਡੀਆਂ ਗੱਡੀਆਂ ਨੇ, ਵੱਡੇ ਬੰਗਲੇ ਨੇ, ਗਨਮੈਨ ਨੇ। ਤੇ ਇਹ ਅੱਜ ਦੇ ਖਰਚੇ ਜਿਹੜੇ ਆ, ਖਰਚੇ ਕਿੰਨੇ ਆ, ਮੈਂ ਇੱਕੋ ਹੀ ਚੀਜ਼ ਦੀ ਉਦਾਹਰਨ ਦੇ ਦਿੰਦਾ, ਬਾਕੀ ਤਾਂ ਛੱਡ ਦਿੰਦਾ। 7 ਸਾਲਾਂ ਦਾ ਅਸੀਂ ਆਰਟੀ ਦੇ ਵਿੱਚ ਜਦੋਂ ਖਰਚਾ ਕਢਾਇਆ ਕਿ ਕੱਲੀਆਂ ਆਪਦੀਆਂ ਫੋਟੋਆਂ ਦਿਖਾਉਣ ਦਾ ਇਸ਼ਤਿਹਾਰਾਂ ਦਾ ਖਰਚਾ ਕਿੰਨਾ ਹੈ, 822 ਕਰੋੜ ਰੁਪਈਆ। 822 ਕਰੋੜ ਮੂੰਹ ਨਾਲ ਕਹਿ ਦੇਣਾ। ਜਦੋਂ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ ਤੇ 10 ਕਰੋੜ ਰੁਪਏ ਸਾਲ ਦਾ ਸੀ, ਤੇ ਇਹਦੇ 822 ਕਰੋੜ ਦਾ ਮਤਲਬ ਹੈਗਾ ਕਿ 125 ਕਰੋੜ ਦੇ ਲਗਭਗ ਹਰ ਸਾਲ ਦਾ ਖਰਚ ਰਿਹਾ। ਉਹਦੇ ਨਾਲੋਂ ਘੱਟੋ ਘੱਟ 12 ਗੁਣਾ ਖਰਚ ਜਿਹੜਾ ਕਰ ਰਿਹਾ। ਇਹ ਹੈ ਇਹਦੇ ਖਰਚੇ ਘਟਾਉਣ ਦੀ ਕਵਾਇਦ। ਔਰ ਦੂਜੀ ਮੈਂ ਜਿਹੜੀ ਬੇਨਤੀ ਇਸ ਗੱਲ ਦੀ ਕਰਾਂ ਕਿ ਬੇਅਦਬੀ 'ਤੇ ਗੱਲਾਂ ਕਰਦੇ ਆ ਜਾਂ ਦੂਜੀਆਂ ਤੀਜੀਆਂ ਕਰਦੇ ਆ, ਰਾਸ਼ਟਰਪਤੀ ਦੀਆਂ ਵੋਟਾਂ ਆਈਆਂ ਉੱਥੇ ਵੀ ਕਾਂਗਰਸ ਨਾਲ ਰਲ ਕੇ ਪਾਉਂਦੇ ਆ। ਇਹ ਰਲੇ ਤਾਂ ਆਪ ਹੈ। ਅੱਜ 20 ਚੋਂ 8 ਐਮਐਲਏ ਕਾਂਗਰਸ ਦੀ ਆਕਸੀਜਨ ਤੇ ਚੱਲ ਰਹੇ। ਇਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਕਾਂਗਰਸ ਦੀ ਆਕਸੀਜਨ ਤੇ ਚੱਲ ਰਿਹਾ ਤੇ ਗੱਲਾਂ ਕਰਦੇ ਆ ਸਾਡੇ ਨਾਲ ਰਲੇ ਨਹੀਂ। ਕਾਂਗਰਸ ਪਾਰਟੀ ਨਾਲ ਨਾ ਕਦੇ ਸਾਂਝ ਸਾਡੀ ਹੋ ਸਕਦੀ ਹੈ ਤੇ ਨਾ ਕਦੇ ਰਹੀ ਹੈ। ਮੈਂ ਇੱਕ ਬੇਨਤੀ ਕਰਦਿਆਂ ਤੇ ਇਹ ਤਾਂ ਥਾਂ ਤੇ ਕਾਂਗਰਸ ਨਾਲ ਰਲ ਕੇ ਹਰੇਕ ਥਾਂ ਤੇ ਮੀਟਿੰਗਾਂ ਵੀ ਕਰਦਾ, ਸਭ ਕੁਝ ਕਰਦਾ। ਇਸ ਕਰਕੇ ਇਹ ਬੇਹੁਦਰੀਆਂ, ਇਹਨਾਂ ਕੋਲੇ ਕੋਈ ਪੰਜਾਬ ਲਈ ਏਜੰਡਾ ਨਹੀਂ। ਕਿਉਂਕਿ ਜਦੋਂ ਪੰਜਾਬ 'ਚ ਆਇਆ ਤਾਂ ਕਹਿੰਦਾ ਪੰਜਾਬ ਦਾ ਪਾਣੀ ਪੰਜਾਬ ਦਾ ਹੈ, ਹਰਿਆਣੇ ਜਾ ਕੇ ਕਹਿੰਦਾ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ, ਦਿੱਲੀ 'ਚ ਜਾ ਕੇ ਕਹਿੰਦਾ ਦਿੱਲੀ ਨੂੰ ਵੀ ਮਿਲਣਾ ਚਾਹੀਦਾ। ਦਿੱਲੀ ਦੀ ਵਜ਼ਾਰਤ ਭਾਵੇਂ ਕਾਂਗਰਸ ਪਾਰਟੀ ਸਾਡੇ ਸਭ ਤੋਂ ਸਿੱਖਾਂ ਦੀ ਵੱਧ ਦੁਸ਼ਮਣ ਪਾਰਟੀ ਹੈ। ਔਰ ਇਹਨੇ ਕੀ ਕੀਤਾ ਜਦੋਂ ਦਾ ਬਣਿਆ ਮੁੱਖ ਮੰਤਰੀ, ਨਾ ਕੋਈ ਪੰਜਾਬੀ ਤੇ ਨਾ ਕੋਈ ਸਿੱਖ ਜਿਹੜਾ ਕੋਈ ਵੀ ਇਹਨੇ ਦਿੱਲੀ ਦੇ ਵਿੱਚ ਮੰਤਰੀ ਨਹੀਂ ਬਣਾਇਆ। ਔਰ ਥਰਮਲ ਪਲਾਂਟਾਂ ਦੇ ਮੁੱਦੇ ਤੇ ਇਹਨੇ ਸੁਪਰੀਮ ਕੋਰਟ ਰਿਟ ਪਾਈ, ਕਹਿੰਦਾ ਇਹ ਜਿਹੜਾ ਧੂੰਆਂ ਸਾਡੇ ਆਉਂਦਾ ਹੈ ਤੇ ਇਹ ਪ੍ਰਦੂਸ਼ਣ ਫੈਲਾਉਂਦੇ ਆ, ਇਹ ਬੰਦ ਹੋਣੀ ਚਾਹੀਦੀ ਹੈ। ਇਹ ਵੀ ਐਂਟੀ ਪੰਜਾਬ ਫੈਸਲਾ। ਤੇ ਪਰਾਲੀ ਦੇ ਮੁੱਦੇ ਤੇ ਇਹਨੇ ਜਿਹੜਾ ਸੀਗਾ ਪੋਲਿਊਸ਼ਨ ਬੋਰਡ ਦੇ ਗਿਆ ਤੇ ਜਿੱਥੋਂ ਪ੍ਰਦੂਸ਼ਣ ਬੋਰਡ ਦੇ ਕੇਸ ਭੇਜ ਕੇ ਤੇ ਕੇਂਦਰ ਤੋਂ 1 ਕਰੋੜ ਰੁਪਏ ਜੁਰਮਾਨੇ ਵਾਲਾ ਫੈਸਲਾ ਕਰਾਇਆ। ਖੇਤੀ ਕਾਨੂੰਨਾਂ 'ਚੋਂ ਸਭ ਤੋਂ ਪਹਿਲਾਂ ਇਹਨੇ ਨੋਟੀਫਿਕੇਸ਼ਨ ਕੀਤਾ। ਔਰ ਜਿਹੜੇ ਸਾਡੇ 26 ਜਨਵਰੀ ਨੂੰ ਜਿਹੜੇ ਬੱਚੇ ਸਾਡੇ ਨੌਜਵਾਨ ਫੜੇ ਗਏ ਸੀ ਦਿੱਲੀ ਦੇ ਵਿੱਚ, ਬਾਕੀ ਦੀਆਂ ਗੱਲਾਂ ਪੁਲਿਸ ਕੇਂਦਰ ਦੀ ਆ, ਮੰਨ ਲਿਆ। ਪਰ ਜਿਹੜੀਆਂ ਜੇਲ੍ਹਾਂ ਹੈ ਉਹ ਕੇਜਰੀਵਾਲ ਦੇ ਥੱਲੇ ਆ। ਤੇ ਜੇਲ੍ਹਾਂ ਦੇ ਵਿੱਚ ਜੋ ਤਸ਼ੱਦਦ ਜਿਵੇਂ ਆਜ਼ਾਦੀ ਤੋਂ ਪਹਿਲਾਂ ਨੌਜਵਾਨਾਂ ਨਾਲ ਹੁੰਦਾ ਸੀ ਨਾ, ਤੇ ਜਾਂ ਅੱਤਵਾਦ ਵੇਲੇ ਹੁੰਦਾ ਸੀ, ਉਸ ਕਿਸਮ ਦਾ ਤਸ਼ੱਦਦ ਜਿਹੜਾ ਹੈ ਉਹ ਕੇਜਰੀਵਾਲ ਦੀਆਂ ਜੇਲ੍ਹਾਂ ਦੇ ਵਿੱਚ ਹੋਇਆ। ਇਸ ਕਰਕੇ ਇਹਦੇ ਕੋਲੇ ਕੁਝ ਕਹਿਣ ਨੂੰ ਹੈ ਹੀ ਨਹੀਂਗਾ। ਇਹਦੇ ਕੋਲੇ ਸਾਨੂੰ ਭੰਡਣ ਲਈ ਇੱਕ ਸਲੋਗਨ ਸਾਰੀ ਪਾਰਟੀ ਨੂੰ ਥੱਲਿਓਂ ਲਾ ਕੇ ਤਾਂ ਤੱਕ ਸਿਖਾਇਆ ਕਿ ਇਹ ਜੀ ਅਕਾਲੀ ਦਲ ਤੇ ਕਾਂਗਰਸ ਰਲੇ ਵੇ ਆ। ਭੜੂਏ ਕਾਹਦੇ ਰਲੇ ਵੇ ਆ? ਅਸੀਂ ਭਿੜ ਕੇ ਲੜਦੇ ਹਾਂ ਹਰ ਥਾਂ ਤੇ ਅਸੀਂ ਨੰਗਾ ਕਰਦੇ ਹਾਂ। ਅੱਜ ਭਾਵੇਂ ਜਿੰਨੇ ਮੰਤਰੀਆਂ ਦੇ ਘਪਲੇ ਉਹ ਸਾਰੇ ਅਸੀਂ ਉਜਾਗਰ ਕੀਤੇ ਆ। ਜਿੰਨਾ ਮੁੱਖ ਮੰਤਰੀ ਦੇ ਖਿਲਾਫ ਜਾਂ ਕੋਈ ਇਹਨਾਂ ਦੇ ਪਾਰਟੀ ਪ੍ਰਧਾਨ ਦੇ ਖਿਲਾਫ ਧੂਆਂਧਾਰ ਪ੍ਰਚਾਰ ਕਰਨਾ ਉਹ ਅਸੀਂ ਕਰਦੇ ਹਾਂ। ਇਸ ਕਰਕੇ ਇਹ ਐਵੇਂ ਵਾਹਿਯਾਤ ਗੱਲਾਂ ਨੇ, ਇਹ ਕੋਈ ਸਿਆਣੇ ਪੋਲੀਟੀਸ਼ੀਅਨ ਦੀਆਂ ਗੱਲਾਂ ਨਹੀਂ ਹੈ।
ਇਹਨਾਂ ਨੂੰ ਲੱਗਦਾ ਕਿ ਅਸੀਂ ਜੇ ਝੂਠ ਬੋਲੀ ਜਾਵਾਂਗੇ ਸਾਡਾ ਚੱਲ ਜਾਊਗਾ, ਪਰ ਇਸ ਵਾਰੀ ਅਸੀਂ ਝੂਠ ਚੱਲਣ ਨਹੀਂ ਦੇਣਾ, ਨਾ ਕਾਂਗਰਸ ਦਾ ਚੱਲਣ ਦਈਏ ਤੇ ਨਾ ਆਮ ਆਦਮੀ ਪਾਰਟੀ ਦਾ ਚੱਲਣ ਦਈਏ। ਅੱਛਾ ਬਰਾੜ ਸਾਹਿਬ, ਲਾਸਟ ਸਵਾਲ ਹੈ ਮੇਰਾ। ਜਿਸ ਤਰ੍ਹਾਂ ਤੁਹਾਡੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ, ਪਹਿਲਾਂ ਜਿਹੜੇ ਉਮੀਦਵਾਰ ਐਲਾਨੇ ਗਏ ਸੀਗੇ ਰੈਲੀਆਂ ਕਰ ਨਾਮ ਐਲਾਨੇ ਗਏ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ, ਤੇ ਉਸ ਤੋਂ ਬਾਅਦ ਵੀ, ਪਰ ਜਿਹੜੀ ਤੁਹਾਡੀ ਲਿਸਟ ਆਈ ਸੀ ਉਸ ਦੇ ਵਿੱਚ ਉਹਨਾਂ ਧੂੰਆਂਧਾਰ ਪ੍ਰਚਾਰ ਜਾਂ ਉਸ ਬਾਜੇ ਖਾਜੇ ਨਾਲ ਤੁਹਾਡੇ ਜਿਹੜੀ ਲਿਸਟ ਆ ਉਹ ਜਾਰੀ ਨਹੀਂ ਹੋਈ, ਅੰਤਰ ਕਿਉਂ ਸੀਗਾ? ਦੇਖੋ, ਇੱਕ ਗੱਲ ਹੈ ਕਿ ਕੁਦਰਤੀ ਸੀਗਾ ਕਿ ਉਸ ਦਿਨ ਜਿਸ ਦਿਨ ਮੀਟਿੰਗ ਹੋਈ ਹੈ, ਸਾਡੇ 12 ਕੈਂਡੀਡੇਟ ਸੀਗੇ ਅਸੀਂ, ਤਾਂ ਉਹ 12 ਕੈਂਡੀਡੇਟਾਂ ਦੀ ਜਦੋਂ ਮੀਟਿੰਗ ਹੋਈ ਉਹਦੇ ਵਿੱਚ ਕੀ ਅੱਗੇ ਪਲਾਨ ਹੋਣੀ ਹੈ, ਕਿਵੇਂ ਐਡਵਰਟਾਈਜ਼ਮੈਂਟ ਕਰਨੀ ਹੈ, ਕਿਵੇਂ ਮਿਹਨਤ ਕਰਨੀ ਹੈ, ਕਿੱਥੇ ਕਿਹੜਾ ਕੰਮ ਕਿਵੇਂ ਕਰਨਾ ਹੈ, ਤਾਂ ਉਹਦੇ 'ਚੋਂ 3-4 ਬੰਦੇ ਬਿਲਕੁਲ ਨਵੇਂ ਸੀ। ਮੈਂ ਤਾਂ ਇੱਥੇ ਪਹਿਲਾਂ ਹੀ ਚਲੋ ਐਜ਼ ਹਲਕਾ ਇੰਚਾਰਜ ਕੰਮ ਕਰਨ ਲੱਗ ਗਿਆ ਸੀ ਆ ਕੇ, ਤਾਂ ਉਹਨਾਂ ਨੇ ਜਦੋਂ ਮੰਗ ਰੱਖੀ ਕਿ ਸਾਡਾ ਅਨਾਊਂਸ ਕਰੋ ਜੀ, ਨਹੀਂ ਤਾਂ ਕਈ ਵਾਰੀ ਦੁਨੀਆ ਜਾਂ ਲੋਕ ਭੁਲੇਖੇ ਪਾ ਦਿੰਦੀ ਹੈ, ਤਾਂ ਉਹ ਕੁਦਰਤੀ ਸੀ ਜਿਹੜੇ ਉਸ ਦਿਨ 12 ਦੇ 12 ਦੀ ਇਕੱਠੇ ਹੀ ਪ੍ਰਧਾਨ ਸਾਹਿਬ ਨੇ ਹੁਕਮ ਕੀਤਾ ਕਿ ਅਨਾਊਂਸ ਕਰ ਦਿਓ ਕਿ ਅਗਲੇ ਜਿਹੜੇ ਇਲੈਕਸ਼ਨ ਦੀ ਜਾ ਕੇ ਤਿਆਰੀ ਕਰਨ, ਸਾਰੇ ਤਕੜੇ ਹੋ ਕੇ ਲੜਨ। ਇਸ ਕਰਕੇ ਇਹ ਪਾਰਟੀ ਪ੍ਰਧਾਨ ਸਾਹਿਬ ਦਾ ਅਧਿਕਾਰ ਖੇਤਰ ਹੈ। ਪਾਰਟੀ ਪ੍ਰਧਾਨ ਸਾਹਿਬ ਜਿਹੜੇ ਹੈਗੇ ਆ ਉਹ ਸਮਾਂ ਤੇ ਸੀਮਾ ਤੇ ਜਿਹੜੀ ਗੱਲਬਾਤ ਮੌਕਾ ਦੇਖ ਕੇ ਜਿਹੜੇ ਉਹ ਕਰਦੇ ਰਹਿੰਦੇ ਆ। ਹੁਣ ਵੀ ਜੇ ਤੁਸੀਂ ਦੇਖੋ, ਭਾਵੇਂ ਹਾਲਾਂਕਿ ਫਾਈਨਲ ਤਾਂ ਪਹਿਲਾਂ ਹੀ ਹੁੰਦਾ, ਜਿਵੇਂ ਕੱਲ੍ਹ ਵੀ ਗਿੱਦੜਵਾ ਦੀ ਕੀਤੀ, ਮਲੋਟ ਦੀ ਕੀਤੀ, ਕੁਦਰਤੀ ਆ ਉੱਥੇ ਜਿਹੜਾ ਗੱਲ ਪੰਜਾਬ ਦੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਨੇ, 100 ਦਿਨ 100 ਹਲਕਾ, ਉਹਨੂੰ ਬੜੀ ਵੱਡੀ ਕਾਮਯਾਬੀ ਲੋਕ ਦੇ ਰਹੇ ਆ। ਮੈਂ ਇਹਦੇ ਲਈ ਲੋਕਾਂ ਦਾ ਵੀ ਧੰਨਵਾਦ ਕਰੂੰਗਾ, ਪਾਰਟੀ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰੂੰਗਾ। ਬਹੁਤ ਔਖਾ ਕੰਮ ਹੈ, 10-12 ਘੰਟੇ ਲਗਾਤਾਰ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਤੁਸੀਂ ਲੋਕਾਂ ਦੇ ਵਿੱਚ ਰਹਿ ਕੇ ਸੰਵਾਦ ਕਰਨਾ ਹੈ, ਲੋਕਾਂ ਦੇ ਸਵਾਲ ਜਵਾਬ ਦੇਣੇ ਹੈ। ਉਹਦੇ 'ਚ ਮਤਲਬ ਮੈਂ ਇਹ ਕਹੂੰਗਾ ਕਿ ਪੰਜਾਬ ਨੇ ਇੱਕ ਸਪੀਡ ਫੜ ਲਈ ਹੈ, ਔਰ ਇਹਨਾਂ ਗੱਲਾਂ ਕਰਕੇ ਵਿਰੋਧੀ ਪਾਰਟੀਆਂ ਘਬਰਾਈਆਂ ਵੀ ਹੋਈਆਂ। ਇਸ ਕਰਕੇ 100 ਤਰ੍ਹਾਂ ਦੇ ਇਲਜ਼ਾਮਾਤ ਲਾਉਣਗੇ। ਪਰਮਾਤਮਾ ਤੋਂ ਡਰ ਕੇ ਕਹਿਣੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਕਦੇ ਸਹੁੰ ਚੁੱਕਣੀ ਪਈ ਹੈ ਤੇ ਨਾ ਕਦੇ ਗਰੰਟੀ ਫਾਰਮ ਭਰਨ ਦੀ ਲੋੜ ਪਈ ਹੈ ਜਿਵੇਂ ਇਹਨਾਂ ਨੇ ਕੀਤਾ ਸੀ। ਕਿਉਂਕਿ ਪੰਜਾਬ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦਾ ਸਲਾਹਕਾਰ ਹੈ, ਦਿੱਲੀ ਦੇ ਵਿੱਚ ਕੇਜਰੀਵਾਲ ਦਾ। ਜਿਵੇਂ ਕੈਪਟਨ ਸਾਹਿਬ ਦੇ 35 ਲੱਖ ਫਾਰਮ ਕਰਜ਼ਾ ਮਾਫੀ ਦਾ, 35 ਨੌਕਰੀ ਦਾ, 35 ਸਮਾਰਟਫੋਨਾਂ ਦਾ ਭਰਿਆ ਸੀ, ਤੇ ਫਿਰ ਉਹ ਡਾਟਾ ਇਕੱਠਾ ਕਰਕੇ ਝੂਠ ਪਰੋਸਣ ਲਈ WhatsApp ਗਰੁੱਪਾਂ 'ਤੇ ਬਣਾ ਕੇ ਭੇਜ ਰਹੇ ਸੀ। ਉਸੇ ਤਰਜ਼ ਤੇ ਇਹ ਕੇਜਰੀਵਾਲ ਗਰੰਟੀ ਫਾਰਮ ਭਰਦਾ ਫਿਰਦਾ। ਤੇਰੀ ਕਾਹਦੀ ਗਰੰਟੀ ਹੈ ਭਾਈ? ਪ੍ਰਾਈਵੇਟ ਬੰਦੇ ਦੀ ਕਾਹਦੀ ਗਰੰਟੀ ਹੈ? ਤੇ ਡਰਾਮਾ ਤੁਸੀਂ ਕਿਉਂ ਕਰਦੇ ਹੋ? ਜੇ ਬਿਜਲੀ ਮਾਫੀ ਕਰਨੀ ਹੈ, ਜਿਹੜਾ ਵੀ ਮੁੱਖ ਮੰਤਰੀ ਬਣ ਗਿਆ ਲੈ, ਇੱਕ ਲਾਈਨ ਦਾ ਆਰਡਰ ਪਾਸ ਹੋਣਾ, ਕਿਉਂਕਿ ਮੈਂ ਸਰਕਾਰ 'ਚ OSD ਰਿਹਾ, ਕਿ ਘਰੇਲੂ ਬਿਜਲੀ ਜਿਹੜੀ ਵਰਤੀ ਜਾ ਰਹੀ ਹੈ ਉਹਦੇ ਪਹਿਲੇ 300 ਯੂਨਿਟ 300 ਜਾਂ 400, ਜਿਵੇਂ ਅਸੀਂ 400 ਕੀਤਾ, ਉਹਨੇ 300 ਕੀਤਾ, 301 ਹੋ ਗਿਆ ਤਾਂ ਕਹਿੰਦਾ ਸਾਰਾ ਬਿੱਲ ਲੈਣਾ। ਅਸੀਂ ਕੀਤਾ ਕਿ 400 ਯੂਨਿਟ ਮਹੀਨਾ, ਬਿੱਲ ਸਾਈਕਲ 2 ਮਹੀਨਿਆਂ ਦਾ, 800 ਯੂਨਿਟ ਇੱਕ ਬਿੱਲ ਦਾ ਹੋ ਗਿਆ। ਜੇ 850 ਆਇਆ ਤਾਂ 50 ਦਾ ਹੀ ਬਿੱਲ ਲੱਗਣਾ, 800 ਮਾਫੀ ਹੈ। ਤੇ ਇੱਕ ਲਾਈਨ ਦਾ ਆਰਡਰ ਨਿਕਲਿਆ ਕਿ ਘਰੇਲੂ ਵਰਤੋਂ ਲਈ ਬਿਜਲੀ ਲਈ 400 ਯੂਨਿਟ ਮਹੀਨਾ ਫ੍ਰੀ ਕੀਤੇ ਜਾਂਦੇ ਆ, ਤੇ ਇਹਦਾ ਖਰਚਾ ਜਿਹੜਾ ਸਰਕਾਰ ਦੇਵੇਗੀ। ਇੰਨਾ ਹੀ ਆਰਡਰ ਕੱਢਣਾ, ਤੇ ਇਹ ਗਰੰਟੀ ਫਾਰਮ ਭਰਨ ਦੀ ਕੀ ਲੋੜ ਹੈ? ਇਹ ਸਿਰਫ ਡਾਟਾ ਇਕੱਠਾ ਕਰਦੇ ਆ ਲੋਕਾਂ ਨੂੰ ਝੂਠ ਪਰੋਸਣ ਦੀ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਜਾਗਰੂਕ ਕਰੂੰਗਾ ਕਿ ਪਹਿਲਾਂ ਵਾਲੇ 35 ਲੱਖ ਜਿਹੜੇ ਫਾਰਮ ਭਰੇ ਸੀ ਕੈਪਟਨ ਅਮਰਿੰਦਰ ਸਿੰਘ ਦੇ, ਉਹ ਲੱਭਣੇ ਪੈਣੇ ਆ ਵੀ ਉਹ ਪਟਿਆਲੇ ਵਾਲੀ ਨਹਿਰ 'ਚ ਸੁੱਟੇ ਆ ਇਹਨਾਂ ਨੇ ਕਿ ਕਿਹੜੀ ਨਹਿਰ 'ਚ ਸੁੱਟੇ ਆ, ਤੇ ਉਹ ਨੰਬਰ ਤੁਹਾਡੇ ਅੱਜ ਵੀ ਉਹਨਾਂ ਨੇ ਫੀਡ ਕਰਕੇ ਤੁਹਾਨੂੰ ਝੂਠ ਭੇਜ ਰਹੇ ਆ। ਇਸੇ ਤਰ੍ਹਾਂ ਕੇਜਰੀਵਾਲ ਦਾ ਏਜੰਡਾ। ਇਸ ਕਰਕੇ ਇਹਨਾਂ ਤੋਂ ਬੜਾ ਸਤਰਕ ਹੋਣ ਦੀ ਲੋੜ ਹੈ। ਇਹ ਝੂਠ ਦੇ ਵਿੱਚ ਆਪਾਂ ਨਹੀਂ ਫਸਣਾ। ਜੀ ਬਰਾੜ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ ਤੁਹਾਡਾ। ਤੇ ਤੁਹਾਡੇ ਰਾਹੀਂ ਜਿੰਨੇ ਵੀ ਪੰਜਾਬ ਵਾਸੀ ਹੈ, ਮੈਂ ਸਭ ਤੋਂ ਪਹਿਲਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਸਾਡਾ ਪੰਜਾਬ ਸਾਰਿਆਂ ਦਾ ਸਾਂਝਾ ਹੈ। ਵੋਟਾਂ ਆਉਣੀ ਜਾਣੀ ਚੀਜ਼ ਹੈ, ਬੜੀ ਥੋੜ੍ਹੀ ਜ਼ਿੰਦਗੀ ਹੁੰਦੀ ਹੈ ਹਰ ਬੰਦੇ ਦੀ। ਘੱਟੋ ਘੱਟ ਸਕੂਨ ਨਾਲ ਤੇ ਇਮਾਨਦਾਰੀ ਨਾਲ ਤੇ ਜਿਹੜੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਜਿਹੜੀ ਬਹੁਤ ਜ਼ਰੂਰੀ ਹੈ, ਇਸ 'ਤੇ ਸਾਰੇ ਪਹਿਰਾ ਦਈਏ। ਸੋ ਸਾਰਿਆਂ ਦਾ ਧੰਨਵਾਦ। ਇਹ ਸਨ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ, ਜਿਨ੍ਹਾਂ ਨੇ ਵਿਰੋਧੀਆਂ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਸਨ ਉਹਨਾਂ ਦਾ ਬੇਬਾਕੀ ਦੇ ਨਾਲ ਉੱਤਰ ਦਿੱਤੇ ਨੇ। ਤੁਹਾਨੂੰ ਉਹਨਾਂ ਦੇ ਨਾਲ ਇਹ ਮੁਲਾਕਾਤ ਕਿਸ ਤਰ੍ਹਾਂ ਲੱਗੀ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਕਿਸੇ ਹੋਰ ਮੁੱਦੇ ਤੇ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਰੱਬ ਰਾਖਾ।